ਜਾਣਬੁੱਝ ਕੇ ਇਸ ਤਰ੍ਹਾਂ ਕਿਸਾਨ ਨੂੰ ਸੜਕ ਤੇ ਆਉਣ ਲਈ ਮਜਬੂਰ ਕਰ ਦਿੱਤਾ ਗਿਆ। ਇਹ ਕਿਸੇ ਤਰੀਕੇ ਵੀ ਗਵਰਨਮੈਂਟ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜੋ ਮਰਜ਼ੀ ਕਿਹਾ ਜਾਵੇ, ਇਹ ਸਿਚੁਏਸ਼ਨ ਜਿਹੜੀ ਹੈ ਜਸਟੀਫਾਈਡ ਨਹੀਂ ਹੈ। ਉਹਨਾਂ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੱਤਵਾਦੀ ਨੇ, ਜਾਂ ਉਹਨਾਂ ਤੇ BSF ਲਾਓਗੇ ਜਿਨ੍ਹਾਂ ਦਾ ਬੇਟਾ ਬਾਰਡਰ ਦੇ ਉੱਤੇ ਆਪਣੀ ਜਾਨ ਦੇ ਗਿਆ ਮਿਲਟਰੀ ਦੇ ਵਿੱਚ, ਉਹਦੇ ਪਿਓ ਦੇ ਉੱਤੇ BSF ਲੱਗੇਗੀ ਅੱਜ। ਜਦੋਂ ਕਾਨੂੰਨ ਪਾਸ ਹੋ ਰਿਹਾ ਸੀ ਉਦੋਂ ਵੀ ਜੇ ਸੈਸ਼ਨ 8-10 ਘੰਟੇ ਚੱਲਿਆ ਹੋਏਗਾ ਨਾ, ਤੇ ਵਿੱਚੋਂ 2 ਵਾਰੀ ਉੱਠ ਕੇ ਕਿਸਾਨ ਦੀ ਬਣਾਈ ਹੋਈ ਰੋਟੀ ਖਾਣ ਗਏ ਹੋਣਗੇ। ਜਿਹੜੀ ਕਿਸਾਨ ਨੇ ਕਣਕ ਪੈਦਾ ਕੀਤੀ ਸੀ ਨਾ, ਕਹਿੰਦੇ ਚਲੋ ਇਸ 'ਤੇ ਬਾਅਦ ਵਿੱਚ ਬਾਤ ਕਰਤੇ ਹਾਂ, ਥੋੜਾ ਖਾਣਾ ਖਾ ਲੈ। ਤੇ ਖਾਣਾ ਖਾਂਦਿਆਂ ਗਰਾਹੀਆਂ ਤੋੜਦਿਆਂ ਸਮਝ ਨਹੀਂ ਆਈ ਕਿ ਜਿਹਦੀ ਅਸੀਂ ਬ੍ਰੇਕ ਲੈ ਕੇ, ਜਿਹਦਾ ਬੇੜਾ ਗਰਕ ਕਰ ਰਹੇ ਹਾਂ, ਜਿਸ ਕਿਸਾਨ ਦਾ ਬ੍ਰੇਕ ਲੈ ਕੇ ਰੋਟੀ ਜਿਹੜੀ ਖਾ ਰਹੇ ਹਾਂ, ਇਹ ਵੀ ਤਾਂ ਉਹਦੀ ਪੈਦਾ ਕੀਤੀ ਹੋਈ ਹੈ। ਮੈਂ ਇਸ ਕੰਗਣਾ ਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀ ਬਹੁਤ ਜ਼ਿਆਦਾ ਅਨਪੜ੍ਹਤਾ ਦਾ ਸਬੂਤ ਦਿੱਤਾ ਹੈ। ਪਰ ਇੱਕ ਔਰਤ ਹੋ ਕੇ ਇੱਕ ਬਜ਼ੁਰਗ ਮਾਂ ਬਾਰੇ ਇੰਨੀ ਗੱਲ ਕਹਿ ਦੇਣੀ ਕਿ ਇਹ ਤਾਂ 100 ਰੁਪਏ 'ਚ ਆ ਜਾਂਦੀਆਂ ਇੱਦਾਂ ਦੀਆਂ ਉੱਥੇ ਔਰਤਾਂ, ਮੇਰੇ ਖਿਆਲ ਨਾਲ ਇਹ ਸਿਰਫ ਪੰਜਾਬੀਆਂ ਦੀ ਫਰਾਖ ਦਿਲੀ ਹੈ ਕਿ ਅਜੇ ਤੱਕ ਇਸ ਗੱਲ ਨੂੰ ਬਰਦਾਸ਼ਤ ਕੀਤਾ ਹੋਇਆ ਲੋਕਾਂ ਨੇ। ਆਤਮਕ ਤੌਰ ਤੇ ਅਸੀਂ ਖੁਦ ਕਿਸਾਨ ਆ ਯਾਰ। ਜੇ ਇੱਕ ਜ਼ਿੰਦਗੀ 'ਚ ਮੂਮੈਂਟ ਉਹ ਆ ਜਾਂਦੀ ਹੈ ਕਿ ਸਾਨੂੰ ਇੱਕ ਪਾਸਾ ਕਰਨਾ ਪਏਗਾ, ਤੇ ਫਿਰ ਅਸੀਂ ਤਾਂ ਕਿਸਾਨ ਆ ਪਹਿਲੋਂ। ਮੈਂ ਤਾਂ ਫਿਰ ਆਪਣੇ ਨਿਆਣੇ ਵੀ ਇੱਧਰ ਪਾ ਦੂੰਗਾ, ਭਾਈ ਬਾਕੀ ਹੁਣ ਛੱਡੋ, ਪਹਿਲੋਂ ਕਿਸਾਨੀ ਬਚਾ ਲਓ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ TV ਤੇ ਮੈਂ ਹਾਂ ਤੁਹਾਡੇ ਨਾਲ ਲਵਪ੍ਰੀਤ ਬੰਗੜ। ਕਹਿੰਦੇ ਨੇ ਕਿਸੇ ਨੂੰ ਰਵਾਉਣਾ ਬਹੁਤ ਸੌਖਾ ਹੈ, ਪਰ ਕਿਸੇ ਨੂੰ ਹਸਾਉਣਾ ਬਹੁਤ ਔਖਾ। ਸਾਡੇ ਨਾਲ ਇੱਕ ਅਜਿਹੇ ਕਲਾਕਾਰ ਨੇ ਜੋ ਲਗਭਗ ਪਿਛਲੇ 3 ਦਹਾਕਿਆਂ ਤੋਂ ਲੋਕਾਂ ਨੂੰ ਹਸਾ ਰਹੇ ਨੇ, ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਨੇ ਅਤੇ ਹਰ ਮਸਲੇ ਤੇ ਡੂੰਘੀ ਨੌਲੇਜ ਰੱਖਦੇ ਨੇ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਘੁੱਗੀ ਜੀ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਸ ਵਕਤ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ, ਕਿਸਾਨ ਸੰਘਰਸ਼ ਦੀ ਰਾਤ ਨੇ ਦਿੱਲੀ ਨੂੰ ਲਗਾਤਾਰ ਘੇਰਿਆ ਹੋਇਆ ਹੈ। ਕੇਂਦਰ ਦੇ ਸਾਹਮਣੇ 8 ਮੰਗਾਂ ਰੱਖੀਆਂ ਨੇ। ਖੇਤੀ ਬਿੱਲ, ਜੋ ਖੇਤੀ ਕਾਨੂੰਨ ਨੇ, ਉਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਪੂਰੀ ਸਿਚੁਏਸ਼ਨ ਨੂੰ? ਕੀ ਲੱਗਦਾ ਹੈ ਕਿ ਕੀ ਹੋ ਕੀ ਰਿਹਾ ਆਖਿਰ? ਬਿਲਕੁਲ ਜੀ, ਦੇਖੋ, ਜਦੋਂ ਇੱਕ ਸੱਤਾ ਧਾਰੀ ਜਿਹੜੇ ਲੋਕ ਨੇ ਜਦੋਂ ਰਿਪੀਟ ਹੁੰਦੇ ਆ ਨਾ, ਉਹ ਇੱਕ ਸੱਤਾ ਦਾ ਇੱਕ ਅਲੱਗ ਤਰ੍ਹਾਂ ਦਾ ਸਰੂਰ ਹੁੰਦਾ, ਔਰ ਉਦੋਂ ਲੱਗ ਰਿਹਾ ਹੁੰਦਾ ਕਿ ਅੱਜ ਜੇ ਸਾਰਾ ਆਵਾਮ ਸਾਡੇ ਨਾਲ ਹੈ, ਫਿਰ ਅਸੀਂ ਜੋ ਕਰ ਰਹੇ ਹਾਂ ਉਹ ਸਭ ਠੀਕ ਹੈ। ਜਦ ਕਿ ਉਦੋਂ ਤੁਹਾਨੂੰ ਜ਼ਿਆਦਾ ਸੰਭਲਣ ਦੀ ਲੋੜ ਹੁੰਦੀ ਹੈ ਜਦੋਂ ਲੋਕਾਂ ਨੇ ਤੁਹਾਡੇ 'ਤੇ ਦੁਬਾਰਾ ਟਰਸਟ ਕਰ ਲਿਆ, ਜਾਂ ਤੁਸੀਂ ਦੁਬਾਰਾ ਸੱਤਾ 'ਚ ਆ ਗਏ, ਜਦੋਂ ਹੋਰ ਜ਼ਿਆਦਾ ਸੰਭਲਣ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਤੋਂ ਐਕਸਪੈਕਟੇਸ਼ਨਸ ਜ਼ਿਆਦਾ ਨੇ। ਪਰ ਮੈਨੂੰ ਲੱਗਦਾ ਹੈ ਕਿ ਕਿਸਾਨ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਜਾਂ ਤਾਂ ਕੋਈ ਬਹੁਤ ਵੱਡੀ ਨਾਨ ਸੀਰੀਅਸਨੈਸ ਦਿਖਾਈ ਗਈ ਹੈ, ਜਾਂ ਇਹਦੇ ਪਿੱਛੇ ਕੋਈ ਅਲੱਗ ਮੰਤਵ ਹੈ ਜਿਹੜਾ ਜਾਣਬੁੱਝ ਕੇ ਇਸ ਤਰ੍ਹਾਂ ਕਿਸਾਨ ਨੂੰ ਸੜਕ ਤੇ ਆਉਣ ਲਈ ਮਜਬੂਰ ਕਰ ਦਿੱਤਾ ਗਿਆ। ਇਹ ਕਿਸੇ ਤਰੀਕੇ ਵੀ ਗਵਰਨਮੈਂਟ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਜੋ ਮਰਜ਼ੀ ਕਿਹਾ ਜਾਵੇ, ਇਹ ਸਿਚੁਏਸ਼ਨ ਜਿਹੜੀ ਹੈ ਜਸਟੀਫਾਈਡ ਨਹੀਂ ਹੈ। ਜਿਵੇਂ ਮੋਦੀ ਬਾਰੇ ਕਿਹਾ ਜਾਂਦਾ ਕਿ ਉਹ ਬਹੁਤ ਜ਼ਿੱਦੀ ਨੇ। ਤੁਸੀਂ ਜਿਵੇਂ ਕਿਹਾ ਕਿ ਜਦੋਂ ਕੋਈ ਸਰਕਾਰ ਰਿਪੀਟ ਕਰਦੀ ਹੈ, ਇੱਕ ਤਰੀਕੇ ਦਾ ਅਹੰਕਾਰ ਆ ਜਾਂਦਾ। ਮੋਦੀ ਬਾਰੇ ਕਹਿੰਦੇ ਨੇ ਕਿ ਜ਼ਿੱਦੀ ਨੇ। CAA ਵੱਲ ਜੋ ਹੋਇਆ ਉਸ ਦੌਰਾਨ ਅਸੀਂ ਸਭ ਨੇ ਦੇਖਿਆ, ਲਦਾਖ ਦੇ ਟਾਈਮ ਜੋ ਹੋਇਆ ਅਸੀਂ ਸਭ ਨੇ ਦੇਖਿਆ। ਹੁਣ ਵੀ ਅੱਜ ਵਾਰਾਣਸੀ ਦੇ ਵਿੱਚ ਜਦੋਂ ਉਹ ਸੰਬੋਧਨ ਕਰ ਰਹੇ ਸਨ, ਉਹਨਾਂ ਨੇ ਬਾਰ-ਬਾਰ ਸਟੇਜ ਤੋਂ ਕਿਸਾਨਾਂ ਦੇ ਬਾਰੇ ਹੀ ਗੱਲਬਾਤ ਕੀਤੀ, ਬਾਰ-ਬਾਰ ਗਿਣਾਇਆ ਕਿ ਕੀ ਫਾਇਦਾ ਨਹੀਂ ਖੇਤੀ ਨਵੇਂ ਕਾਨੂੰਨਾਂ ਦੇ। ਬਹੁਤ ਕਹਿੰਦੇ ਨੇ ਕਿ ਜ਼ਿੱਦੀ ਨੇ ਮੋਦੀ। ਲੱਗਦਾ ਹੈ ਕਿ ਇਸ ਵਾਰ ਸ਼ਾਇਦ ਜ਼ਿੱਦ ਮਹਿੰਗੀ ਪੈ ਜਾਏ, ਜਾਂ ਇਹਨਾਂ ਨੂੰ ਹੋ ਸਕਦਾ ਹੈ ਕਿ ਕਾਨੂੰਨ ਰੱਦ ਹੀ ਕਰਨੇ ਪੈਣ। ਬਿਲਕੁਲ ਜੀ, ਅਸੀਂ ਬਚਪਨ 'ਚ ਗਾਣਾ ਸੁਣਦੇ ਹੁੰਦੇ ਸੀ, ਹੁਸਨਾਂ ਦੇ ਮਾਲਕੋ ਸਤਾਇਆ ਨਾ ਕਰੋ। ਉਹਦੇ 'ਚ ਇੱਕ ਲਾਈਨ ਬੜੀ ਵਧੀਆ ਆਉਂਦੀ ਕਿ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਸੁਧਰ ਜਾਂਦੇ ਨੇ। ਸੋ ਇਹ ਮੈਂ ਕਹਿੰਦਾ ਮਸਲਾ ਜਿੰਨਾ ਵਿਗਾੜੀ ਜਾਵਾਂਗੇ ਨਾ, ਜਿੰਨਾ ਕੇਂਦਰ ਸਰਕਾਰ ਇਸ ਚੀਜ਼ ਨੂੰ, ਇਸ ਪ੍ਰੋਟੈਸਟ ਨੂੰ, ਇਸ ਭਾਵਨਾ ਨੂੰ, ਮੈਂ ਕਹਾਂਗਾ ਕਿਸਾਨ ਦੀ ਭਾਵਨਾ ਨੂੰ ਇਗਨੋਰ ਕਰਦੀ ਰਹੇਗੀ, ਟਾਲਦੀ ਰਹੇਗੀ, ਇਹ ਟਾਲਣਾ ਅੰਦਰੋਂ ਅੰਦਰੀ ਗੈਂਗਰੀਨ ਬਣਦਾ ਜਾਏਗਾ, ਬੜੀ ਖਤਰਨਾਕ ਬਿਮਾਰੀ ਦਾ ਰੂਪ ਧਾਰਨ ਕਰ ਜਾਏਗਾ। ਕਿਤੇ ਨਾ ਕਿਤੇ ਜਿਹੜਾ ਦੇਸ਼ ਲਈ ਜਿਹੜਾ ਇਹ ਸੁਖਾਵਾਂ ਨਹੀਂ ਹੋਏਗਾ, ਕਿਤੇ ਨਾ ਕਿਤੇ ਦੇਸ਼ ਲਈ ਇੱਕ ਮੇਰੇ ਖਿਆਲ ਨਾਲ ਬਹੁਤ ਵੱਡੀ ਇੱਕ ਸਮੱਸਿਆ ਲੈ ਕੇ ਆਏਗਾ। ਕੇਂਦਰ ਦਾ ਰੁਖ ਕਿਤੇ ਸਾਫ਼ ਨਹੀਂ ਹੋ ਪਾ ਰਿਹਾ। ਇੱਕ ਪਾਸੇ ਕੇਂਦਰ ਅੜੀ ਹੋਈ ਹੈ ਕਿ ਅਸੀਂ ਵਾਪਸ ਨਹੀਂ ਲਵਾਂਗੇ, ਦੂਜੇ ਪਾਸੇ ਕਿਸਾਨ ਆਗੂਆਂ ਨੂੰ ਲਗਾਤਾਰ ਫੋਨ ਵੀ ਆਉਂਦੇ ਨੇ। ਕਹਿੰਦੇ ਅਮਿਤ ਸ਼ਾਹ ਖੁਦ ਸਾਨੂੰ ਫੋਨ ਕਰ ਰਹੇ ਨੇ, ਗੱਲਬਾਤ ਦਾ ਸੱਦਾ ਦਿੱਤਾ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਕਿਤੇ ਹੱਲ ਨਿਕਲ ਜਾਊਗਾ, ਕੋਈ ਵਿੱਚ ਦਾ ਰਾਹ ਨਿਕਲ ਸਕਦਾ ਹੈ, ਜਾਂ ਰੱਦ ਕਰਾਏ ਹੀ ਇਸ ਦਾ ਹੱਲ ਹੈ, ਰੱਦ ਕਰਨਾ ਹੀ ਕਾਨੂੰਨ ਇਸ ਦਾ ਹੱਲ ਹੈ? ਦੇਖੋ, ਹੁਣ ਦੋਵੇਂ ਪਾਸੇ ਪ੍ਰੈਸਟੀਜ ਇਸ਼ੂ ਬਣਿਆ ਹੋਇਆ, ਦੋਵੇਂ ਪਾਸੇ ਮੁੱਛ ਦਾ ਸਵਾਲ ਬਣਿਆ ਹੋਇਆ, ਇੱਜ਼ਤ ਦਾ ਸਵਾਲ ਬਣਿਆ ਹੋਇਆ, ਜਦ ਕਿ ਇੱਥੋਂ ਤੱਕ ਸਿਚੁਏਸ਼ਨ ਨੂੰ ਆਉਣ ਨਹੀਂ ਸੀ ਦੇਣਾ ਚਾਹੀਦਾ। ਤੇ ਵਾਕਈ ਕੇਂਦਰ ਵਾਸਤੇ ਵੀ ਬੜਾ ਮੈਨੂੰ ਲੱਗਦਾ ਕਿ ਇਹਨੇ ਹੁਣ ਇਹਨਾਂ ਪ੍ਰੈਸਟੀਜ ਇਸ਼ੂ ਬਣ ਗਿਆ ਕਿ ਜੇ ਸਾਰੇ ਬਿੱਲ ਰੱਦ ਕਰ ਦਿੱਤੇ ਤਾਂ ਕਿਤੇ ਨਾ ਕਿਤੇ ਸਾਡੀ ਹੇਠੀ ਇਹਦੇ 'ਚ ਹੋਏਗੀ।
ਔਰ ਕਿਸਾਨ ਵੀ ਜਿਸ ਲੈਵਲ ਤੱਕ ਪਹੁੰਚ ਗਏ ਨੇ ਸੰਘਰਸ਼ ਕਰ ਕਰਕੇ, ਜਿਹੜੇ ਪਾਲੇ 'ਚ ਠਰ ਰਹੇ ਨੇ, ਕੱਕਰਾਂ ਦੇ ਵਿੱਚ ਪੂਰਾ ਟੱਬਰ ਲੈ ਕੇ ਜਿਹੜੇ ਸੜਕਾਂ 'ਤੇ ਬੈਠੇ ਨੇ, ਜਿਨ੍ਹਾਂ ਨੇ ਆਪਣੇ ਖੇਤਾਂ ਵੱਲ, ਆਪਣੀਆਂ ਫਸਲਾਂ ਵੱਲ ਧਿਆਨ ਦੇਣਾ ਬੰਦ ਕੀਤਾ ਹੋਇਆ। ਤੁਸੀਂ ਸੋਚ ਕੇ ਦੇਖੋ, ਕਿਸਾਨ ਘਰੋਂ ਨਿਕਲਦਾ ਤੇ ਉਹਨੂੰ ਉਹਦੇ 100 ਐਸੇ ਕੰਮ ਨੇ ਜਿਹਦੇ 'ਚ ਉਹਨੂੰ ਸਾਰਾ ਦਿਨ ਬਿਜ਼ੀ ਰਹਿਣਾ ਪੈਂਦਾ, ਡੰਗਰ ਬੱਛਾ ਸਾਂਭਣਾ। ਪਰ ਹੁਣ ਪੂਰੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਟਰੈਕਟਰ ਟਰਾਲੀਆਂ 'ਚ ਵਿੱਚ ਇਸ ਟਾਈਮ ਦਿੱਲੀ ਬੈਠੇ ਨੇ, ਪਾਣੀ ਦੀਆਂ ਬੌਛਾਰਾਂ ਖਾ ਰਹੇ ਨੇ, ਹਾਲਾਤ ਸਾਰਿਆਂ ਨੂੰ ਪਤਾ ਹੈ ਕਿਹੋ ਜਿਹੇ ਬਣੇ ਹੋਏ ਆ। ਮੈਂ ਉਹੀ ਕਹਿ ਰਿਹਾ, ਡੰਗਰ ਬੱਛਾ ਸਾਂਭਣਾ ਹੀ ਆਪਣੇ ਆਪ 'ਚ ਬੜਾ ਵੱਡਾ ਕੰਮ ਹੈ। ਔਰ ਖੇਤ ਐਸੀ ਚੀਜ਼ ਹੈ ਜਿੱਥੇ ਤੁਹਾਨੂੰ ਦਿਹਾੜੀ 'ਚ 2 ਵਾਰੀ ਗੇੜਾ ਮਾਰਨਾ ਪੈਂਦਾ, ਤੁਹਾਨੂੰ ਕੰਮ ਜੇ ਉਹ ਸਾਰਾ ਕੁਝ ਛੱਡ ਕੇ ਬੈਠੇ ਨੇ, ਤੇ ਇਸ ਕਰਕੇ ਤਾਂ ਬੈਠੇ ਨਹੀਂ ਕਿ ਗੱਲ ਅੱਧ ਵਿਚਾਲਿਓਂ ਛੱਡ ਕੇ ਹੁਣ ਉੱਠ ਜਾਾਂਗੇ। ਇੱਧਰ ਵੀ ਪੂਰਾ ਹੁਣ ਪ੍ਰੈਸਟੀਜ ਇਸ਼ੂ ਬਣਿਆ ਹੋਇਆ। ਸੋ ਮੈਨੂੰ ਲੱਗਦਾ ਕਿ ਇਹ ਵਿੱਚ ਵਿਚਾਲੇ ਕਿਤੇ ਗੱਲ ਮੁੱਕੇਗੀ। ਜੋ ਕਿਸਾਨ ਦੀਆਂ ਮੰਗਾਂ ਨੇ ਉਹਨੂੰ ਚੰਗੀ ਤਰ੍ਹਾਂ ਕੇਂਦਰ ਸਰਕਾਰ ਨੂੰ ਸੁਣਨਾ ਔਰ ਸਮਝਣਾ ਪਏਗਾ। ਜੇ ਕੇਂਦਰ ਵੀ ਇਹ ਸੋਚੇ ਕਿ ਬਿਨਾਂ ਕੁਝ ਦਿੱਤੇ ਲੋਲੀਪੌਪ ਦੇ ਕੇ ਜਾਂ ਸਮਝਾ ਬੁਝਾ ਕੇ ਉਠਾ ਲਾਂਗੇ, ਤੇ ਉਹ ਕੰਮ ਨਹੀਂ ਹੋਣਾ, ਉਹ ਸਿਚੁਏਸ਼ਨ 'ਚ ਨਹੀਂ ਪੈਣਾ ਚਾਹੀਦਾ। ਕੁਛ ਐਸੀਆਂ ਵਿੱਚ ਜ਼ਰੂਰੀ ਚੀਜ਼ਾਂ ਨੇ, ਕਿਸਾਨ ਜਿਹੜੀਆਂ ਮੰਗਾਂ ਕਰ ਰਿਹਾ ਇਸ ਵੇਲੇ, ਉਹਦੇ 'ਚ ਬਹੁਤ ਅਸੈਂਸ਼ੀਅਲ ਜ਼ਰੂਰੀ ਮੰਗਾਂ ਨੇ ਜਿਨ੍ਹਾਂ ਨੂੰ ਮੰਨਣਾ ਕੇਂਦਰ ਨੂੰ ਜ਼ਰੂਰੀ ਹੈ ਔਰ ਮੰਨਣਾ ਪਏਗਾ। ਕੇਂਦਰ ਵੱਲੋਂ ਇੱਕ ਬਾਰ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕਿਸਾਨ ਨੇ, ਇਹ ਮਤਲਬ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਕਈ ਲੋਕਾਂ ਵੱਲੋਂ ਇਸ ਸ਼ਬਦ ਦਾ ਇਸਤੇਮਾਲ ਕੀਤਾ ਗਿਆ, ਅਨਪੜ੍ਹ ਨੇ, ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਿਸਾਨ ਕਾਨੂੰਨ ਆਖਿਰ ਹੈ ਕੀ ਨੇ। ਇਹਨਾਂ ਤੋਂ ਕੇਂਦਰ ਤਾਂ ਕਹਿ ਰਹੀ ਹੈ ਕਿ ਜੋ ਆਏ ਨੇ ਗੁੰਮਰਾਹ ਕੀਤੇ ਹੋਏ ਨੇ। ਤੁਹਾਨੂੰ ਲੱਗਦਾ ਗੁੰਮਰਾਹ ਕੀਤੇ ਹੋਏ ਨੇ? ਦੇਖੋ, ਕਿਸਾਨ ਨੂੰ ਅਨਪੜ੍ਹ ਕਹਿਣਾ, ਔਰ ਉਸ ਤੋਂ ਬਾਅਦ ਮੈਂ ਸੈਂਟਰ ਦੇ ਅੱਜ ਤੱਕ ਸੈਂਕੜੇ ਐਸੇ ਵਜ਼ੀਰ ਦੇਖ ਬੈਠਾ ਜਿਹੜੇ ਭਾਸ਼ਣਾਂ 'ਚ ਕਹਿੰਦੇ ਨੇ ਮੈਂ ਕਿਸਾਨ ਕਾ ਬੇਟਾ ਹੂੰ। ਅੱਜ ਵੀ ਕਹਿ ਰਹੇ ਨੇ ਮੈਂ ਖੁਦ ਕਿਸਾਨ ਕਾ ਬੇਟਾ ਹੂੰ। ਸਾਡੇ ਵੀ ਕਹਿੰਦੇ। ਸੋ ਇਹ ਤਾਂ ਗੱਲ ਕਿਸੇ ਪਾਸੇ ਜੁੜਦੀ ਨਹੀਂ। ਕਿਸਾਨ ਦਾ ਬੇਟਾ, ਜਿਹਨੂੰ ਅਸੀਂ ਪੰਜਾਬ ਦੇ ਕਿਸਾਨ ਦੀ ਗੱਲ ਹੀ ਕਰ ਲਈਏ ਆਪਾਂ, ਤੇ ਅੱਜ ਜਾ ਕੇ ਜੇ ਕੈਨੇਡਾ ਦੇ ਵਿੱਚ ਜੇ ਕੈਬਨਿਟ ਮੰਤਰੀ ਬਣੇ ਹੋਏ ਨੇ, ਤੇ ਇਹਦਾ ਮਤਲਬ ਅਨਪੜ੍ਹ ਤਾਂ ਨਹੀਂ ਹੋ ਸਕਦੇ। ਜੇ ਸਾਡੇ UK ਦੇ ਵਿੱਚ, ਯੂਨਾਈਟਿਡ ਕਿੰਗਡਮ 'ਚ ਜਾ ਕੇ ਦੇਖ ਲਓ, ਮਨਿਸਟਰੀਆਂ ਸਾਂਭ ਕੇ ਬੈਠੇ ਨੇ, ਔਰ ਐਡੇ ਐਡੇ ਵੱਡੇ ਮੁਲਕਾਂ ਨੂੰ ਜਿਹੜੇ ਚਲਾ ਰਹੇ। ਮੇਰੇ ਖਿਆਲ ਨਾਲ ਪ੍ਰਾਈਮ ਮਿਨਿਸਟਰ ਤੋਂ ਬਾਅਦ ਜੇ ਸੈਕਿੰਡ ਪਾਵਰ ਗਿਣੀ ਜਾਂਦੀ ਹੈ ਤਾਂ ਡਿਫੈਂਸ ਮਿਨਿਸਟਰ ਗਿਣਿਆ ਜਾਂਦਾ ਹੁੰਦਾ। ਅਤੇ ਜੇ ਅੱਜ ਹਰਜੀਤ ਸਿੰਘ ਸਾਜਣ ਉੱਥੇ ਹੈਗੇ ਨੇ ਡਿਫੈਂਸ ਮਿਨਿਸਟਰ ਨੇ ਕੈਨੇਡਾ ਦੇ, ਅਤੇ ਉਹ ਕੋਈ ਕਮਲੇ ਰਮਲੇ ਤਾਂ ਹੋ ਨਹੀਂ ਸਕਦੇ। ਸੋ ਇਹ ਤਾਂ ਸਟੇਟਮੈਂਟ ਜਿਹੜੀ ਹੈ ਇੱਕ ਕੂੜ ਪ੍ਰਚਾਰ ਹੈ, ਇਹਦੀ ਕੋਈ ਅਹਿਮੀਅਤ ਨਹੀਂ ਹੈ। ਕਿਸਾਨ ਨੇ ਇੱਥੇ ਹਿੰਦੁਸਤਾਨ 'ਚ ਕਿਹੜੀ ਪੋਜੀਸ਼ਨ 'ਤੇ, ਕਿਹੜੀ ਪੋਸਟ 'ਤੇ ਨਹੀਂ ਗਿਆ। ਕਿਸਾਨ ਦੇ ਪੁੱਤਰ ਅੱਜ ਵੀ ਦੇਖ ਲਓ ਕਿੰਨੀਆਂ ਫੋਰਸਾਂ 'ਚ DGP ਬਣ ਕੇ ਬੈਠੇ ਹੋਣਗੇ, ਕਿੰਨੀਆਂ ਐਸੇ ਯੂਨੀਵਰਸਿਟੀਜ਼ ਹੋਣਗੀਆਂ ਜਿਹਦੇ ਵਿੱਚ VC ਹੋਣਗੇ ਕਿਸਾਨਾਂ ਦੇ ਬੱਚੇ। ਬਟ ਉਹਨਾਂ ਦੇ ਖਿਲਾਫ ਹੀ ਹੁਣ ਫੋਰਸ ਲਾ ਦਿੱਤੀ ਗਈ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ, ਦਿੱਲੀ ਦੇ ਵਿੱਚ ਹੁਣ BSF ਤੈਨਾਤ ਕਰ ਦਿੱਤੀ ਗਈ ਹੈ। ਲੱਗ ਰਿਹਾ ਹੈ ਕਿ ਹਾਲਾਤ ਮਾੜੇ ਹੋ ਸਕਦੇ, ਮਾੜੇ ਆਲਮੋਸਟ ਹੋ ਹੀ ਚੁੱਕੇ ਨੇ। ਲਾਠੀਚਾਰਜ ਦੇ ਵੀ ਸੋਰਸਿਸ ਦੱਸ ਰਹੇ ਨੇ ਕਿ ਹੋ ਸਕਦਾ ਹੈ ਉਹਨਾਂ ਕਿਸਾਨਾਂ ਦੇ ਖਿਲਾਫ ਹੀ, ਆਪਣੇ ਲੋਕਾਂ ਦੇ ਖਿਲਾਫ ਹੀ BSF ਲਾ ਦਿੱਤੀ ਹੈ, ਉਹ ਵੀ ਦਿੱਲੀ ਦੇ ਵਿੱਚ। ਸਭ ਤੋਂ ਦੁਖਦ ਇਹ ਹੁੰਦਾ ਜੀ ਕਿ ਵਿਦਿਨ ਕੰਟਰੀ ਜਦੋਂ ਤੁਸੀਂ ਪੈਰਾਮਿਲਟਰੀ ਫੋਰਸ ਦਾ ਜਾਂ ਆਪਣੀ ਮਿਲਟਰੀ ਫੋਰਸ ਦਾ ਇਸਤੇਮਾਲ ਕਰਦੇ ਹੋ, ਇਹਦਾ ਮਤਲਬ ਤੁਸੀਂ ਐਡਮਿਟ ਕਰ ਰਹੇ ਹੋ ਕਿ ਸਿਚੁਏਸ਼ਨ ਠੀਕ ਨਹੀਂ ਔਰ ਸਾਡੇ ਕੰਟਰੋਲ ਤੋਂ ਬਾਹਰ ਹੈ। ਇਹਦਾ ਮਤਲਬ ਤੁਸੀਂ ਐਡਮਿਟ ਕਰ ਰਹੇ ਹੋ। ਅੱਤਵਾਦੀ ਸ਼ਬਦ ਤੱਕ ਕਹਿ ਦਿੱਤਾ ਗਿਆ ਕਿਤੇ, ਤਾਂ ਹੀ ਤਾਂ ਨਹੀਂ BSF ਲਾਤੀ। ਮੇਰੇ ਖਿਆਲ ਨਹੀਂ। ਦੇਖੋ, ਅੱਤਵਾਦੀ ਸ਼ਬਦ ਤਾਂ ਕੁਛ ਸੋਸ਼ਲ ਮੀਡੀਆ 'ਤੇ ਜ਼ਿਆਦਾ ਪ੍ਰਚਾਰਿਆ ਜਾ ਰਿਹਾ। ਮੇਰੇ ਖਿਆਲ ਨਾਲ ਜਿਹੜੇ ਕਿਸਾਨ ਨੇ, ਉਹਨਾਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਇੰਨੀ ਅਕਲਮੰਦੀ ਦਿਖਾਈ ਹੈ ਕਿ ਇੱਕ ਵੀ ਸ਼ਬਦ ਐਸਾ ਮਾੜਾ ਨਹੀਂ ਬੋਲਿਆ ਕਿ ਜਿਹੜਾ ਇਸ ਕਿਸਾਨੀ ਮੁੱਦੇ ਨੂੰ ਕਿਤੇ ਧਾਰਮਿਕ ਮੁੱਦੇ ਨਾਲ ਜਾਂ ਕਿਸੇ ਹੋਰ ਮੰਗ ਦੇ ਨਾਲ ਜਾ ਕੇ ਜੋੜੇ। ਮੈਂ ਕਿਸਾਨ ਨੂੰ ਐਪਰੀਸ਼ੀਏਟ ਕਰਦਾ, ਬਹੁਤ ਸ਼ਾਬਾਸ਼ ਦਿੰਦਾ ਇਹਨਾਂ ਦੀ ਲੀਡਰਸ਼ਿਪ ਨੂੰ ਕਿ ਬੜੇ ਸੋਚ ਸਮਝ ਕੇ ਸ਼ਬਦ ਬੋਲੇ ਜਾ ਰਹੇ ਨੇ ਕਿਸਾਨਾਂ ਵੱਲੋਂ। ਔਰ ਵਿੱਚ ਕੁਝ ਬਲੈਕ ਸ਼ੀਪ ਰਲ ਜਾਂਦੀਆਂ ਨੇ, ਕਾਲੀਆਂ ਭੇਡਾਂ ਰਲ ਵੀ ਜਾਂਦੀਆਂ ਨੇ, ਜਾਂ ਕੋਈ ਇੱਕ ਅੱਧਾ ਬੰਦਾ ਗਰਮ ਖਿਆਲੀ ਜਾਂ ਕੋਈ ਇੱਕ ਅੱਧਾ ਬੰਦਾ ਘੱਟ ਸਮਝ ਵਾਲਾ ਹੋ ਸਕਦਾ ਹੈ। ਉਹ ਤਾਂ ਤੁਹਾਡੇ ਆਪਣੇ ਟੱਬਰ 'ਚ ਵੀ ਹੁੰਦਾ, ਸੀ ਉਹਦੀ ਗਰੰਟੀ ਨਹੀਂ ਲੈ ਸਕਦੇ। ਪਰ ਆਪਾਂ ਮੈਜੋਰਟੀ ਦੀ ਗੱਲ ਕਰਦੇ ਹਾਂ, ਬੜੀ ਸੂਝ ਨਾਲ, ਬੜੀ ਸਮਝ ਬੂਝ ਨਾਲ ਮੈਂ ਸਮਝਦਾ ਕਿ ਕਿਸਾਨ ਇਸ ਵੇਲੇ ਡੀਲ ਕਰ ਰਿਹਾ ਮੁੱਦੇ ਨੂੰ। ਇੱਕ ਰੋੜਾ ਤੱਕ ਨਹੀਂ ਕਿਸੇ ਨੇ ਚੱਕ ਕੇ ਮਾਰਿਆ। ਪੁਲਿਸ ਨੂੰ ਨਾਲ ਬਿਠਾ ਕੇ ਲੰਗਰ ਛਕਾ ਰਹੇ ਨੇ। 2 ਮਹੀਨੇ ਪ੍ਰੋਟੈਸਟ ਚੱਲਿਆ, ਬਹੁਤ ਪੀਸਫੁਲ ਪ੍ਰੋਟੈਸਟ ਰਿਹਾ ਜੀ, ਸਾਰਿਆਂ ਨੇ ਦੇਖਿਆ, ਕਿਸੇ ਤਰੀਕੇ ਦੀ ਕੋਈ ਘਟਨਾ ਨਹੀਂ ਵਾਪਰੀ। ਅੱਜ ਦੀ ਜਿਵੇਂ ਆਪਾਂ ਗੱਲ ਕਰੀਏ ਲਵਪ੍ਰੀਤ, ਤੇ ਤੁਸੀਂ ਦੇਖੋ ਕਿ ਉੱਥੇ ਬਾਰਡਰ ਦੇ ਉੱਤੇ ਪੁਲਿਸ ਨੂੰ ਕਿਤੇ ਕਿਤੇ ਸਖਤੀ ਕਰਨੀ ਪੈਂਦੀ ਹੈ, ਪਰ ਉਹੀ ਪੁਲਿਸ ਸ਼ਾਮ ਨੂੰ ਉੱਥੇ ਹੀ ਬਹਿ ਕੇ ਲੰਗਰ ਛਕ ਰਹੀ ਹੁੰਦੀ ਹੈ, ਦੁੱਧ ਪਿਆ ਰਹੇ ਨੇ, ਚਾਹਾਂ ਬਣਾ ਦੇ ਰਹੇ ਨੇ। ਐਂਬੂਲੈਂਸ ਚੱਲ ਰਹੀ, ਕਿਸੇ ਪੁਲਿਸ ਵਾਲੇ ਨੂੰ ਕੋਈ ਦਵਾਈ ਚਾਹੀਦੀ, ਉਹ ਕਿਸਾਨਾਂ ਦੀ ਐਂਬੂਲੈਂਸ ਤੋਂ ਮੈਡੀਸਨ ਲੈ ਕੇ ਖਾ ਰਿਹਾ। ਕਿਸਾਨਾਂ ਨੇ ਵੀ ਕਈ ਵਾਰੀ ਇਹ ਕਿਹਾ ਕਿ ਸਾਡੇ ਪੁੱਤ ਹੀ ਨੇ, ਤਾਂ ਵਿਚਾਰੇ ਆਪਣਾ ਕੰਮ ਕਰ ਰਹੇ ਆ, ਸਾਡਾ ਕੋਈ ਗੁੱਸਾ ਨਹੀਂ ਇਹਨਾਂ ਦੇ ਨਾਲ। ਬਿਲਕੁਲ, ਇਹ ਵੀ ਸਮਝਦਾਰੀ ਦਾ ਸਬੂਤ ਹੈ। ਵਰਨਾ ਲੋਕ ਪੁਲਿਸ ਨੂੰ ਆਪਣੇ ਐਂਟੀ ਸਮਝ ਕੇ ਦੁਸ਼ਮਣ ਸਮਝ ਲੈਂਦੇ ਨੇ। ਹੈ ਤਾਂ ਕਿਸਾਨ ਨੂੰ ਹੀ ਪਤਾ ਨਾ ਉਹਨੇ ਆਪਣਾ ਪੁੱਤ ਪੜ੍ਹਾ ਲਿਖਾ ਕੇ ਕਿਵੇਂ ਪੁਲਿਸ 'ਚ ਭਰਤੀ ਕਰਾਇਆ। ਔਰ ਸਭ ਤੋਂ ਵੱਡੀ ਐਗਜ਼ਾਮਪਲ ਇਹ ਦੇਖੋ ਸਾਹਮਣੇ ਆਈ ਹੈ ਕਿ ਤਰਨ ਲਾਗੇ ਦਾ ਪਿੰਡ ਹੈ ਖਵਾਸਪੁਰ। ਉੱਥੋਂ ਦਾ ਇੱਕ ਨੌਜਵਾਨ ਗੱਭਰੂ 22 ਸਾਲ ਦਾ ਸੁਖਬੀਰ ਸਿੰਘ ਆਪਣੇ ਦੇਸ਼ ਦੀ ਰਾਖੀ ਕਰਦਾ ਹੋਇਆ, ਦੇਸ਼ ਲਈ 22 ਸਾਲ ਦਾ ਬੱਚਾ ਆਪਣੀ ਜਾਨ ਦੇ ਗਿਆ, ਅਤੇ ਉਹਦਾ ਬਾਪ ਉਸ ਕਿਸਾਨੀ ਮੁੱਦੇ 'ਤੇ ਧਰਨੇ 'ਤੇ ਬੈਠਾ ਹੋਇਆ।
ਉਹਨਾਂ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅੱਤਵਾਦੀ ਨੇ? ਜਾਂ ਉਹਨਾਂ ਤੇ BSF ਲਾਓਗੇ ਜਿਨ੍ਹਾਂ ਦਾ ਬੇਟਾ ਬਾਰਡਰ ਦੇ ਉੱਤੇ ਆਪਣੀ ਜਾਨ ਦੇ ਗਿਆ ਮਿਲਟਰੀ ਦੇ ਵਿੱਚ, ਉਹਦੇ ਪਿਓ ਦੇ ਉੱਤੇ BSF ਲੱਗੇਗੀ ਅੱਜ? ਸੋ ਇਹ ਕਿਤੇ ਨਾ ਕਿਤੇ ਇਨਜਸਟਿਸ ਹੈ, ਕਿਤੇ ਨਾ ਕਿਤੇ ਧੱਕਾ ਹੈ। ਇਹ ਬਹੁਤ ਮੈਂ ਸਮਝਦਾ ਕਿ ਅਣਗਹਿਲੀ ਹੈ ਸਰਕਾਰ ਦੀ। ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ, ਬਟ ਕਿਤੇ ਨਾ ਕਿਤੇ ਉੱਥੇ ਵੀ ਕੁਝ ਦਿੱਕਤ ਪਰੇਸ਼ਾਨੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਏਕਾ ਕਿਤੇ ਨਹੀਂ ਨਜ਼ਰ ਆ ਰਿਹਾ। ਅੱਜ ਵੀ ਇੱਕ ਬਿਆਨ ਦੇ ਦਿੱਤਾ ਗਿਆ ਕਿ ਦੀਪ ਸਿੱਧੂ ਨੂੰ ਸਾਡੀ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਏਗਾ। ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਕਿਤੇ ਨਾ ਕਿਤੇ ਇੱਕ ਕੌਨਫਲਿਕਟ ਖੜਾ ਹੋ ਰਿਹਾ ਹੈ, ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਪੈਦਾ ਹੋ ਰਹੀ ਹੈ, ਕਿਉਂਕਿ ਇੱਕ ਸਟੇਜ ਨਹੀਂ ਹੈ ਜਾਂ ਇੱਕ ਵੌਇਸ ਬਣ ਕੇ ਸਾਹਮਣੇ ਨਹੀਂ ਆ ਰਹੀ? ਇਹ ਹੋਣਾ ਹੁੰਦਾ ਜੀ, ਬੜੀ ਨੈਚੁਰਲ ਔਰ ਪ੍ਰੈਕਟੀਕਲ ਗੱਲ ਹੈ। ਇਹਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ, ਸਗੋਂ ਇਹਨੂੰ ਸੌਰਟ ਆਊਟ ਕਰਨਾ ਚਾਹੀਦਾ। ਮੈਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹਨੂੰ ਹੱਲ ਕਰਨਾ ਚਾਹੀਦਾ, ਇਹਨੂੰ ਬਹੁਤ ਜ਼ਿਆਦਾ ਵੱਡਾ ਨਹੀਂ ਕਰਨਾ ਚਾਹੀਦਾ ਇਸ ਗੱਲ ਨੂੰ। ਕਿਉਂਕਿ ਹੁਣੇ ਮੈਂ ਖਬਰ ਪੜ੍ਹਦਾ ਪਿਆ ਸੀ, ਦੇਖੀ ਸੀ ਸ਼ਾਇਦ ਕਿਤੇ ਵੀਡੀਓ, ਕਿ ਇੱਕ ਵਿਆਹ ਲਈ ਕਿਤੇ ਕੋਈ ਲਾੜਾ ਆਇਆ ਪੂਰੀ ਬਰਾਤ ਲੈ ਕੇ, ਸਾਰਾ ਟੱਬਰ ਕੁੜੀ ਦਾ ਤਿਆਰ ਹੈ। ਇੱਕ ਭਰਾ ਹੀ ਕਹਿੰਦਾ ਮੈਂ ਕੁਰਬਾਨ ਕੱਢ ਲਈ, ਉਹਨੇ ਕਹਿੰਦਾ ਮੈਂ ਨਹੀਂ ਕੁੜੀ ਜਾਣ ਦੇਣੀ, ਮੈਨੂੰ ਲਾੜਾ ਪਸੰਦ ਨਹੀਂ। ਤੁਸੀਂ ਇੱਕ ਕਿਤੇ ਵੀ ਮਤਭੇਦ ਇੱਕ ਪਰਿਵਾਰ 'ਚ ਵੀ ਹੋ ਜਾਂਦੇ ਨੇ। ਹੋ ਸਕਦਾ ਕਿਸੇ ਇਸ਼ੂ 'ਤੇ, ਕਿਸੇ ਸਬਜੈਕਟ 'ਤੇ ਇਹਨਾਂ ਦੀ ਆਪਸ ਕਿਸੇ ਇੱਕ ਗਰੁੱਪ ਦੀ ਨਾ ਬਣਦੀ ਹੋਵੇ, ਕਿਸੇ ਇੱਕ ਇਸ਼ੂ 'ਤੇ ਮੈਂ ਕਹਿ ਰਿਹਾ, ਪਰ ਯੂਨਾਈਟਿਡ ਮੁੱਦਾ ਤਾਂ ਇੱਕੋ ਹੀ ਹੈ ਨਾ, ਕਿਸਾਨੀ। ਉਹਦੇ ਉੱਤੇ ਸਾਰੇ ਇਕੱਠੇ ਨੇ। ਔਰ ਮੈਨੂੰ ਲੱਗਦਾ ਕਿ ਇਹਨਾਂ ਨੂੰ ਜੇ ਕੋਈ ਪਾੜਨ ਦੀ ਕੋਸ਼ਿਸ਼ ਵੀ ਕਰੇਗਾ, ਇਹਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰੇਗਾ, ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਇੰਨਾ ਕਿ ਦਿਮਾਗ ਰੱਖਦੀਆਂ ਨੇ ਕਿ ਇਸ ਮੌਕੇ 'ਤੇ, ਇਸ ਸਟੇਜ 'ਤੇ ਆ ਕੇ ਆਪਸ 'ਚ ਪਾਟਣਾ ਨਹੀਂ, ਬਿਖਰਨਾ ਨਹੀਂ, ਅਲੱਗ-ਅਲੱਗ ਨਹੀਂ ਹੋਣਾ। ਇਹ ਸੰਘਰਸ਼ ਇਕੱਠੇ ਚੱਲੇਗਾ। ਬਟ ਟਾਰਪੀਡੋ ਕਰਨ ਦੀ ਕੋਸ਼ਿਸ਼ ਤਾਂ ਕਿਤੇ ਨਾ ਕਿਤੇ ਹੋ ਰਹੀ ਹੈ। ਦੇਖੋ, ਇੱਕ ਜੰਗ ਤਾਂ ਜ਼ਮੀਨੀ ਪੱਧਰ ਤੇ ਚੱਲ ਰਹੀ ਹੈ, ਦੂਜੀ ਜੰਗ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ। ਜੇਕਰ ਤੁਸੀਂ ਅੱਜ ਟਵਿੱਟਰ ਦੇਖੋ, ਟਵਿੱਟਰ ਤੇ ਇਸ ਵਕਤ ਟ੍ਰੈਂਡ ਕਰ ਰਿਹਾ ਹੈ ਫਾਰਮਰ ਪ੍ਰੋਟੈਸਟ ਹਾਈਜੈਕ। ਉਸ ਨੂੰ ਕਿਤੇ ਨਾ ਕਿਤੇ ਕਦੇ ਖਾਲਿਸਤਾਨ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਹੈ, ਕਦੇ ਕੋਈ ਹੋਰ ਰੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਟਾਰਪੀਡੋ ਕਰਨ ਦੀ ਕੋਸ਼ਿਸ਼ਾਂ ਤਾਂ ਲਗਾਤਾਰ ਚੱਲ ਹੀ ਰਹੀਆਂ ਨੇ, ਭਾਵੇਂ ਸੋਸ਼ਲ ਮੀਡੀਆ ਤੇ ਹੋਵੇ, ਭਾਵੇਂ ਕਿਤੇ ਹੋਰ ਹੋਵੇ। ਉਹ ਚੱਲਣਗੀਆਂ ਜੀ, ਜਦੋਂ ਕਿਸਾਨ ਆਪਣਾ ਇੰਨਾ ਵੱਡਾ ਸੰਘਰਸ਼ ਚਲਾ ਰਿਹਾ, ਜਿਹਨੂੰ ਅੱਜ ਸਾਰੇ ਸੰਸਾਰ ਨੇ ਦੇਖਿਆ ਕਿ ਕਿਸਾਨ ਆਪਣਾ ਬਾਹੂਬਲ ਵੀ ਉੱਥੇ ਦਿਖਾ ਰਿਹਾ ਕਿ ਅਸੀਂ ਹੱਥਾਂ ਦੇ ਨਾਲ ਵੱਡੇ ਵੱਡੇ ਬੈਰੀਕੇਡ ਚੱਕ ਕੇ ਸਾਈਡ ਤੇ ਕਰ ਸਕਦੇ ਹਾਂ। 3 ਲੇਅਰ ਬੈਰੀਕੇਡ ਤੋੜਦੇ ਕਿਸਾਨਾਂ ਨੇ, ਵੀਡੀਓਜ਼ ਬਹੁਤ ਅਸੀਂ ਦੇਖੀਆਂ ਨੇ ਸਾਰਿਆਂ ਨੇ। ਪੀਸਫੁਲੀ ਤੋੜ ਰਹੇ ਨੇ, ਕਿਸੇ ਦਾ ਨੁਕਸਾਨ ਨਹੀਂ ਕਰ ਰਹੇ। ਮੈਨੂੰ ਦੱਸੋ ਤੁਸੀਂ ਹਿੰਦੁਸਤਾਨ 'ਚ ਕਿਹੜਾ ਤੁਸੀਂ ਪ੍ਰੋਟੈਸਟ ਦੇਖਿਆ ਅੱਜ ਤੱਕ ਜਿਹਦੇ 'ਚ 10, 15, 20 ਹਜ਼ਾਰ ਤੋਂ ਵੱਧ ਬੰਦਾ ਇਕੱਠਾ ਹੋਇਆ ਹੋਵੇ, ਔਰ ਉਹਦੇ ਵਿੱਚ ਗੱਡੀਆਂ ਨਾ ਸਾੜੀਆਂ ਹੋਣ, ਉਹਦੇ ਵਿੱਚ ਲੋਕਾਂ ਦੀ ਪ੍ਰਾਪਰਟੀ ਦਾ ਲਾਸ? ਲੋਕੀ ਇਕੱਠੇ ਹੁੰਦੇ ਆ, ਪਹਿਲਾਂ ਇਹ ਕੰਮ ਸ਼ੁਰੂ ਕਰ ਦਿੰਦੇ ਆ। 1935 ਤੋਂ ਬਾਅਦ ਕਹਿੰਦੇ ਸਭ ਤੋਂ ਵੱਡਾ ਸੰਘਰਸ਼ ਉੱਭਰ ਕੇ ਹੁਣ ਇਹ ਸਾਹਮਣੇ ਆਇਆ ਹੈ, ਨੌਜਵਾਨਾਂ ਨੇ ਵੀ ਜਿਸ ਤਰੀਕੇ ਨਾਲ ਦਿੱਤਾ, ਲੇਕਿਨ ਫਿਰ ਵੀ ਕੋਈ ਘਟਨਾ ਇਸ ਤਰੀਕੇ ਦੀ ਨਹੀਂ ਵਾਪਰੀ। ਮਤਲਬ ਇੱਕ ਐਂਬੂਲੈਂਸ ਜਾ ਰਹੀ ਹੈ, ਮੁੰਡੇ ਰਸਤਾ ਬਣਾ ਕੇ ਉਹਨੂੰ ਐਂਬੂਲੈਂਸ ਨੂੰ ਅੱਗੇ ਕੱਢ ਰਹੇ ਨੇ, ਔਰ ਉੱਥੇ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ। ਇੱਕ ਮੈਂ ਸਟੋਰੀ ਸਵੇਰੇ ਕਿਤੇ ਪੜ੍ਹ ਰਿਹਾ ਸੀ ਕਿ ਲੜਕੀ ਦਿੱਲੀ 'ਚ ਨਿਕਲੀ ਕਿਤੇ, ਉਹਨੂੰ ਲੱਗਾ ਕਿ ਬਹੁਤ ਸਾਰੇ ਪੰਜਾਬੀ ਜੇ ਖੜੇ ਨੇ ਇੱਥੇ, ਉਹ ਡਰ ਗਈ ਕਿ ਮੈਂ ਪਤਾ ਨਹੀਂ ਲੰਘਾਂਗੀ, ਤੇ ਮੁੰਡੇ ਵੀ ਖੜੇ ਨੇ। ਫਿਰ ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ, ਔਰ ਭੈਣ ਜੀ ਆ ਰਹੇ, ਉਹਨਾਂ ਨੂੰ ਰਸਤਾ ਦੇ ਦਿਓ ਭੈਣ ਜੀ। ਮੁੰਡਿਆਂ ਨੇ ਰਸਤਾ ਕਲੀਅਰ ਕਰਾਇਆ, ਉਹਦੀ ਸਕੂਟੀ ਜੀ ਵਿੱਚੋਂ ਜਦੋਂ ਲੰਘੀ ਹੈ, ਤੇ ਉਹਨੇ ਕਿਹਾ, ਮੁੰਡੇ ਦੇਖਿਆ, ਕਹਿੰਦੀ ਮੈਂ ਅੱਖ ਝੁਕਾ ਕੇ ਖੜੇ ਸਾਰੇ ਵੀ ਕੋਈ ਦੇਖ ਹੀ ਨਹੀਂ ਰਿਹਾ ਮੇਰੇ ਵੱਲ। ਕਹਿੰਦੀ ਫਿਰ ਜਾ ਕੇ ਮੈਂ ਆਪਣੀਆਂ ਨਾਲ ਦੀਆਂ ਕੁੜੀਆਂ ਨੇ, ਜਦੋਂ ਅਸੀਂ ਨਿਕਲਣਾ ਸੀ ਦੁਬਾਰਾ, ਤੇ ਮੈਂ ਕਿਹਾ ਚਿੰਤਾ ਨਾ ਕਰੋ, ਜਦ ਤੱਕ ਕਿ ਪੰਜਾਬੀ ਮੁੰਡੇ ਇੱਥੇ ਬੈਠੇ ਨੇ ਅਸੀਂ ਸੇਫ ਹਾਂ ਸਾਰੇ। ਸੋ ਲੋਕੀ ਸੇਫਟੀ ਦੀ ਭਾਵਨਾ ਸਗੋਂ ਲੋਕਾਂ ਨੂੰ ਆਉਣ ਲੱਗ ਪਈ ਹੈ ਅੰਦਰ, ਕਿ ਇਹ ਤਾਂ ਸਾਡੇ ਇਹਨਾਂ ਬਾਰੇ ਅੱਜ ਤੱਕ ਵੀ ਦੁਸ਼ਪ੍ਰਚਾਰ ਕੀਤਾ ਜਾਂਦਾ ਰਿਹਾ, ਪਰ ਇਹ ਬਹੁਤ ਚੰਗੇ ਲੋਕ ਨੇ, ਨਾਈਸ ਲੋਕ ਨੇ, ਅੱਜ ਸਾਰੇ ਵਰਲਡ ਨੇ ਦੇਖ ਲਿਆ। ਸੋ ਸੋਸ਼ਲ ਮੀਡੀਆ 'ਤੇ ਕੋਈ ਕਿਉਂ ਕਰਦਾ, ਕੀ ਕਰਦਾ, ਇਹ ਤਾਂ ਕੋਈ ਮੈਟਰ ਨਹੀਂ ਕਰਦਾ। ਜੋ ਇਮੇਜ ਅੱਜ ਵਰਲਡ ਵਾਈਡ ਕਿਸਾਨ ਦੀ, ਪੰਜਾਬੀਆਂ ਦੀ ਜਾ ਰਹੀ ਹੈ, ਉਹ ਇਸ ਵੇਲੇ 100% ਕਮਾਲ ਦੀ ਇਮੇਜ ਬਣ ਰਹੀ ਹੈ। ਵੈਸੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕਰ ਰਿਹਾ, ਇਹੀ ਰਾਹ ਸੀਗਾ, ਜਾਂ ਬੈਠ ਕੇ ਗੱਲਬਾਤ ਹੀ ਕਰ ਲੈਂਦੇ? ਬਾਰ-ਬਾਰ ਕੇਂਦਰ ਨੇ ਕਿਹਾ ਕਿ ਤੁਸੀਂ ਬਹਿ ਕੇ ਗੱਲਬਾਤ ਕਰ ਲਓ। ਜਾਂ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਦਿੱਲੀ ਘੇਰ ਲਈ ਇਹ ਇੱਕ ਤਰੀਕਾ ਇਹੀ ਬਚਿਆ ਸੀ ਕਿਸਾਨਾਂ ਕੋਲ? ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਕੇਂਦਰ ਨੇ ਬਾਰ-ਬਾਰ ਕਿਹਾ, ਜਦੋਂ ਤੁਸੀਂ ਕਹਿ ਰਹੇ ਹੋ ਨਾ, ਮੈਨੂੰ ਇਹ ਨਹੀਂ ਸਮਝ ਆਉਂਦੀ। ਅਮਿਤ ਸ਼ਾਹ ਮਤਲਬ ਇਹ ਕਿਸਾਨ ਆਗੂ ਦਾਅਵਾ ਕਰਦੇ ਨੇ ਕਿ ਅਮਿਤ ਸ਼ਾਹ ਖੁਦ ਫੋਨ ਕਰ ਰਹੇ ਨੇ ਕਿਸਾਨ ਆਗੂਆਂ ਨੂੰ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਅਸੀਂ ਖੁੱਲ੍ਹੇ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਬਿਨਾਂ ਕਿਸੇ ਰਿਸਟ੍ਰਿਕਸ਼ਨ ਤੋਂ। ਇਹ ਅੱਜ ਕਰ ਰਹੇ ਆ ਨਾ। ਮੈਂ ਤਾਂ ਇਹ ਕਹਿ ਰਿਹਾ ਜੀ ਕਿ ਇਹ ਸਿਚੁਏਸ਼ਨ ਆਉਣ ਨਹੀਂ ਸੀ ਦੇਣੀ ਚਾਹੀਦੀ। ਜਦ ਇੱਕ ਚੀਜ਼ ਭਾਜੀ, ਮੈਂ ਤੁਹਾਡਾ ਸਟੂਡੀਓ ਹੈ ਬੜਾ ਸੋਹਣਾ ਬਣਿਆ ਹੋਇਆ, ਤੁਹਾਨੂੰ ਅੱਛਾ ਲੱਗ ਰਿਹਾ ਸਟੂਡੀਓ ਆਪਣਾ? ਮੈਂ ਭਾਜੀ ਡੱਬਾ ਇੱਕ ਪੇਂਟ ਦਾ ਲੈ ਕੇ ਆ ਜਾਵਾਂ, ਮੈਂ ਕਹਾਂ ਮੈਂ ਤਾਂ ਇੱਥੇ ਕਰੂੰਗਾ ਜੀ ਤੁਹਾਡੇ ਜਾਮਣੀ ਰੰਗ, ਆ ਕਿਤਾਬਾਂ ਚੱਕ ਦਿਆਂਗਾ, ਇੱਥੇ ਮੈਂ ਗੁਲਦਸਤਾ ਰੱਖਣਾ, ਤੁਸੀਂ ਕਹੋਗੇ ਕਿਉਂ? ਮੈਂ ਕਹਾਂਗਾ ਸੋਹਣਾ ਲੱਗੇਗਾ। ਤੁਸੀਂ ਕਹਿਣਾ ਨਹੀਂ ਭਾਈ, ਸਾਨੂੰ ਸਾਡਾ ਸਟੂਡੀਓ ਐਂ ਹੀ ਸੋਹਣਾ ਲੱਗਦਾ ਪਿਆ, ਤੂੰ ਕਿਉਂ ਜ਼ਬਰਦਸਤੀ ਕਰ ਰਿਹਾ? ਜਾਂ ਤਾਂ ਮੇਰੇ ਕੋਲ ਲੌਜਿਕ ਹੋਵੇ, ਮੈਂ ਤੁਹਾਨੂੰ ਕਨਵਿੰਸ ਕਰਾਂ ਕਿ ਭਾਜੀ ਜਿਹੜਾ ਮੈਂ ਜਾਮਣੀ ਰੰਗ, ਪਰਪਲ ਰੰਗ ਕਰਨਾ ਚਾਹੁੰਦਾ, ਉਹਦਾ ਆਹ ਸਿੰਬੋਲਿਕ ਮਤਲਬ ਹੈ। ਜਿਹੜੇ ਮੈਂ ਫਲਾਰਸ ਰੱਖਾਂਗਾ ਉਹਨਾਂ ਦਾ ਅੱਛਾ, ਫਿਰ ਜਾਂ ਤਾਂ ਮੈਨੂੰ ਸਮਝ ਆ ਜਾਏਗਾ ਤੁਹਾਨੂੰ, ਤੁਸੀਂ ਕਹੋਗੇ ਰੱਖ ਦੇ, ਜਾਂ ਕਹੋਗੇ ਨਹੀਂ ਭਾਈ ਆ ਲੈ ਜਾ ਸਮਾਨ, ਸਾਨੂੰ ਨਹੀਂ ਚਾਹੀਦਾ। ਜਾਂ ਤੁਸੀਂ ਕਹੋਗੇ ਵੀ ਤੇਰੀ ਫਲਾਰਸ ਵਾਲੀ ਗੱਲ ਗਲਤ ਹੈ, ਪਰਪਲ ਕਲਰ ਕਰ ਲੈਂਦੇ ਹਾਂ, ਇਹ ਲੌਜਿਕ ਠੀਕ ਹੈ। ਤੁਸੀਂ ਕਿਸਾਨ ਨੂੰ ਨਾਲ ਨਹੀਂ ਲਿਆ, ਕਿਸਾਨ ਨੂੰ ਗੱਲ ਨਹੀਂ ਪੁੱਛੀ, ਉਹਨੂੰ ਸਮਝਿਆ ਨਹੀਂ, ਉਹਨੂੰ ਸਮਝਾਇਆ ਨਹੀਂ। ਇੱਕੋ ਬਿਆਨ ਬਾਰ-ਬਾਰ ਦੇਣਾ ਕਿ ਜੋ ਕਿਸਾਨ ਹੈ वो गुमराह हो चुका है, उसको ऑपोजिशन ने गुमराह कर रखा है। यार यह मैनू गल नहीं समझ आती कि
ਇਸ ਵੇਲੇ ਸਭ ਤੋਂ ਬੇਜਾਨ ਆਪੋਜੀਸ਼ਨ ਇੰਡੀਆ ਦੇ ਵਿੱਚ ਹੈ, ਜਿਹੜੀ ਡੈਡ ਆਪੋਜੀਸ਼ਨ ਹੈ, ਜਿਹਦੇ 'ਚ ਤਾਕਤ ਹੀ ਕੋਈ ਨਹੀਂ। ਤੁਸੀਂ ਪਿਛਲੇ 7 ਸਾਲ ਤੋਂ ਰੂਲ ਕਰ ਰਹੇ ਹੋ, ਇੱਕ ਬੇਜਾਨ ਆਪੋਜੀਸ਼ਨ 'ਚ ਇੰਨੀ ਤਾਕਤ ਆ ਗਈ ਕਿ ਉਹ ਹਿੰਦੁਸਤਾਨ ਦੇ ਕਰੋੜਾਂ ਕਿਸਾਨਾਂ ਨੂੰ ਕਨਵਿੰਸ ਕਰ ਗਈ। ਤੁਸੀਂ 7 ਸਾਲ ਦੀ ਸੱਤਾਧਾਰੀ ਪਾਰਟੀ ਹੋ, ਤੁਹਾਡੇ 'ਚ ਇੰਨੀ ਤਾਕਤ ਨਹੀਂ ਸੀ ਕਿ ਤੁਸੀਂ ਆਪਣਾ ਲੌਜਿਕ ਸਮਝਾ ਪਾਉਂਦੇ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ ਲਾਗੂ। ਬਸ ਬਾਰ-ਬਾਰ ਇਹੀ ਕਹਿ ਰਹੇ ਨੇ ਕਿ ਠੀਕ ਹੈ, ਕਿਸਾਨ ਮੰਨ ਨਹੀਂ ਰਹੇ ਕਿ ਠੀਕ ਹੈ ਜਾਂ ਨਹੀਂ ਹੈ। ਤੁਹਾਡੇ 'ਚ ਕਨਵਿਕਸ਼ਨ ਕਿਉਂ ਨਹੀਂ? 7 ਸਾਲ ਦੀ ਤੁਸੀਂ ਸੱਤਾਧਾਰੀ ਪਾਰਟੀ ਹੋ, ਤੁਸੀਂ ਕਨਵਿੰਸ ਕਰ ਲਓ। ਉਹਨਾਂ ਨੇ ਤੇ ਗੁੰਮਰਾਹ ਕੀਤਾ ਨਾ। ਤੁਸੀਂ ਉਹਨਾਂ ਨੂੰ ਲੌਜਿਕ ਦੇ ਕੇ, ਉਹਨਾਂ ਨੂੰ ਉਹਨਾਂ ਦੇ ਫਾਇਦੇ ਦੱਸ ਕੇ ਕਿਸਾਨ ਨੂੰ ਮਨਾ ਲਓ। ਤੁਸੀਂ ਨਾ ਕਿਸਾਨ ਨੂੰ ਪਹਿਲਾਂ ਕਦੇ ਬੁਲਾਇਆ, ਕਾਨੂੰਨ ਬਣਾਉਣ ਤੋਂ ਪਹਿਲਾਂ ਆਰਡੀਨੈਂਸ ਜਦੋਂ ਬਿੱਲ ਤਿਆਰ ਕੀਤਾ ਉਦੋਂ ਨਹੀਂ ਬੁਲਾਇਆ। ਉਸ ਤੋਂ ਬਾਅਦ ਬਿੱਲ ਪੇਸ਼ ਕੀਤਾ ਉਦੋਂ ਰਾਏ ਨਹੀਂ ਲਈ, ਜਦੋਂ ਕਾਨੂੰਨ ਬਣ ਗਿਆ ਉਦੋਂ ਰਾਏ ਨਹੀਂ ਲਈ। ਫਿਰ ਜਦੋਂ ਉਹ 3 ਮਹੀਨੇ ਵਿਚਾਰੇ ਇੱਥੇ ਟੋਲ ਪਲਾਜ਼ਿਆਂ 'ਤੇ ਬੈਠੇ ਰਹੇ, ਕਿਸੇ ਇੱਕ ਬੰਦੇ ਨੇ ਸੈਂਟਰ ਤੋਂ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ? ਵੈਸੇ ਤਾਂ ਭਾਈਵਾਲ ਨੇ ਵੀ ਇਹੀ ਕਿਹਾ ਕਿ ਸਾਨੂੰ ਪੁੱਛਿਆ ਨਹੀਂ, ਬਟ ਜਦੋਂ ਆਰਡੀਨੈਂਸਿਸ ਵਗੈਰਾ ਪਾਸ ਹੋਏ ਉਦੋਂ ਤਾਂ ਉਹ ਸੱਤਾ ਦਾ ਹਿੱਸਾ ਹੀ ਸੀਗੇ। ਭਾਈਵਾਲਾਂ ਨੇ ਵੀ, ਅਕਾਲੀ ਦਲ ਨੇ ਵੀ ਇਹੀ ਕਿਹਾ ਕਿ ਸਾਨੂੰ ਤਾਂ ਪੁੱਛਿਆ ਨਹੀਂ। ਮੈਂ ਇਹਦੇ 'ਚ ਇਹ ਗੱਲ ਮੰਨਦਾ ਜੀ ਕਿ ਭਾਵੇਂ ਅਕਾਲੀ ਦਲ ਦੇ ਅਗੇਂਸਟ ਇਹ ਸਾਰਾ ਕੁਝ ਜਾਂਦਾ ਪਿਆ, ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਵਾਕਈ ਅਕਾਲੀ ਦਲ ਦੀ ਉੱਥੇ ਇਸ ਵੇਲੇ ਕੋਈ ਅਹਿਮੀਅਤ ਇੰਨੀ ਹੈ ਨਹੀਂ ਸੀ। ਜ਼ਰੂਰੀ ਨਹੀਂ ਸੀ ਕਿ ਅਕਾਲੀ ਦਲ ਨੂੰ ਪੁੱਛਦੇ ਕਿ ਅਸੀਂ ਆਹ ਕਰਨ ਲੱਗੇ ਹਾਂ, ਕਰੀਏ ਕਿ ਨਾ ਕਰੀਏ। 2 ਤਾਂ ਤੁਹਾਡੇ ਮੈਂਬਰ ਉੱਥੇ ਬੈਠੇ ਸੀਗੇ ਸਾਰੇ ਜੀ ਲੋਕ ਸਭਾ 'ਚ, ਅਤੇ 1-2 ਰਾਜ ਸਭਾ 'ਚ ਬੈਠੇ ਹੋਣਗੇ ਮੇਰੇ ਖਿਆਲ ਨਾਲ। ਤੁਹਾਡੀ ਉੱਥੇ ਵਾਕਈ ਇਹਨਾਂ ਦੀ ਉੱਥੇ ਇੰਨੀ ਅਹਿਮੀਅਤ ਨਹੀਂ ਸੀ ਕਿ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਅਸੀਂ ਇਹ ਬਿੱਲ ਲੈ ਕੇ ਆ ਰਹੇ ਹਾਂ ਤੁਸੀਂ। ਹਾਂ, ਇਹ ਹੈ ਕਿ ਅਕਾਲੀ ਦਲ ਨੇ ਬਹੁਤ ਦੇਰ ਕੀਤੀ ਹੈ। ਜਿਹੜਾ ਇਹਨਾਂ ਨੇ ਵੇਟ ਕਰਕੇ ਆਪਣਾ ਰੁਖ ਅਪਣਾਇਆ ਨਾ, ਇਹ ਥੋੜ੍ਹਾ ਪਹਿਲੋਂ ਅਪਣਾ ਲੈਂਦੇ ਤਾਂ ਸ਼ਾਇਦ ਲੋਕਾਂ ਨੂੰ ਹੋਰ ਵੀ ਚੰਗਾ ਲੱਗੇ। ਕਿ ਕਿਸਾਨ ਨੂੰ ਜੇ ਤੁਸੀਂ ਬਿੱਲ, ਮੈਂ ਕਹਿੰਦਾ ਜੀ ਪੋਲੀਟੀਕਲ ਪਾਰਟੀਆਂ ਨੂੰ ਕੱਢ ਦਿਓ ਵਿੱਚੋਂ। ਅਗਰ ਕਿਸਾਨ ਨੂੰ ਤੁਸੀਂ ਕਨਵਿੰਸ ਕਰ ਲੈਂਦੇ ਕਿ ਇੱਕ ਚੀਜ਼ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਅੱਛੀ ਹੈ, ਕਿਸਾਨ ਜਿਹੜੀਆਂ ਚੀਜ਼ਾਂ ਮੰਨ ਜਾਂਦਾ ਉਹ ਤੁਸੀਂ ਵਿੱਚ ਰੱਖ ਲੈਂਦੇ। 1-2 4 ਜਿਹੜੀਆਂ ਨੂੰ ਨਹੀਂ ਪਸੰਦ ਆਉਂਦੀਆਂ ਵਿੱਚ ਨਾ ਪਾਉਂਦੇ ਤੁਸੀਂ। ਇਹਦਾ ਮਤਲਬ ਤੁਹਾਡੇ ਮਨ 'ਚ ਕੋਈ ਨਾ ਕੋਈ ਐਸੀ ਚੀਜ਼ ਹੈਗੀ ਸੀ ਜੇ ਆ ਡਿਸਕਸ ਹੋ ਗਈ ਅਤੇ ਕਿਸਾਨ ਨੇ ਰਿਜੈਕਟ ਕਰ ਦੇਣੀ ਹੈ। ਇਸ ਕਰਕੇ ਇਹਨੂੰ ਇਸ ਤਰ੍ਹਾਂ ਇਨਕੋਰਪੋਰੇਟ ਕਰਕੇ ਧੱਕੇ ਨਾਲ ਬਿੱਲ ਬਣਾ ਦਿਓ, ਧੱਕੇ ਨਾਲ ਲਾਅ ਬਣਾ ਦਿਓ, ਉਸ ਤੋਂ ਬਾਅਦ ਜੋ ਹੋਏਗੀ ਦੇਖੀ ਜਾਏਗੀ। ਤੁਹਾਨੂੰ ਲੱਗਦਾ ਹੁਣ ਮਤਲਬ ਰੱਦ ਹੋ ਜਾਣਗੇ ਜਿਸ ਤਰੀਕੇ ਨਾਲ ਦਿੱਲੀ ਨੂੰ ਘੇਰਾ ਪਾਇਆ ਹੋਇਆ, ਤੁਸੀਂ ਤੁਹਾਨੂੰ ਸਹੀ ਸਮਝਦੇ ਹੋ? ਮੈਨੂੰ ਲੱਗਦਾ ਬਿੱਲ ਵੈਸੇ ਤਾਂ ਰੱਦ ਕਰਨ ਦੇ ਵਿੱਚ ਸੈਂਟਰ ਗੌਰਮੈਂਟ ਦੀ ਸ਼ਾਨ ਵਧੇਗੀ, ਘਟੇਗਾ ਕੁਛ ਨਹੀਂ। ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਇਹਦੇ 'ਚ ਸ਼ਾਨ ਘਟ ਗਈ ਕਿ ਅਸੀਂ ਬਿੱਲ ਬਣਾ ਕੇ ਜਿਨ੍ਹਾਂ ਲਈ ਬਣਾਏ ਸੀ ਉਹਨਾਂ ਨੇ ਰਿਜੈਕਟ ਕਰਤੇ, ਗੌਰਮੈਂਟ ਵੀ ਰਿਜੈਕਟ ਕਰ ਦੇਵੇ ਕਿ ਤੁਹਾਡੇ ਲਈ ਬਣਾਏ ਸੀ ਬਾਈ, ਜੇ ਤੁਹਾਨੂੰ ਹੀ ਨਹੀਂ ਪਸੰਦ ਅਸੀਂ ਰਿਜੈਕਟ ਕਰ ਦਿੰਦੇ ਹਾਂ। ਇਹਦੇ ਨਾਲ ਕੇਂਦਰ ਸਰਕਾਰ ਦਾ ਕੱਦ ਹੋਰ ਵੱਡਾ ਹੁੰਦਾ, ਛੋਟਾ ਨਹੀਂ ਹੁੰਦਾ ਮੇਰੇ ਖਿਆਲ ਨਾਲ। ਅਤੇ ਜੇ ਬਹੁਤੀ ਗੱਲ ਹੈ, ਘੱਟੋ ਘੱਟ ਜੇ ਤੁਸੀਂ ਬਿੱਲ ਪਾਸ, ਕਾਨੂੰਨ ਬਣਾਤੇ ਨੇ, ਲਾਅ ਬਣਾਤੇ ਹੈ, ਕਿਸਾਨ ਦੇ ਨਾਲ ਬੈਠੋ। ਜਿਹੜੀਆਂ 5-4 ਗੱਲਾਂ ਉਹ ਕਹਿੰਦਾ, ਉਹਨਾਂ ਕਾਨੂੰਨ ਨੂੰ ਸੋਧ ਕਰਨ ਦੀ ਤਾਂ ਹਮੇਸ਼ਾ ਹੀ ਓਪਨ ਹੈ ਸਭ ਕੁਛ। ਜਦੋਂ ਮਰਜ਼ੀ ਕਾਨੂੰਨ ਦੇ ਵਿੱਚ ਸੋਧ ਕਰ ਦਿਓ ਤੁਸੀਂ। ਉਹਦੇ 'ਚ ਜਿਹੜੀਆਂ ਕਿਸਾਨ ਨੂੰ ਚੀਜ਼ਾਂ ਤਕਲੀਫ ਦੇ ਰਹੀਆਂ ਨੇ ਉਹ ਚੀਜ਼ਾਂ ਵਿੱਚੋਂ ਕੱਢ ਦਿਓ, ਜਿਹੜੀਆਂ ਚੀਜ਼ਾਂ ਕਿਸਾਨ ਚਾਹੁੰਦਾ ਉਹ ਵਿੱਚ ਪਾ ਦਿਓ। ਆਪਾਂ MSP ਦੀ ਗੱਲ ਕਰਦੇ ਹਾਂ। MSP ਇੱਕ ਕਿਸਾਨ ਦਾ ਇੱਕ ਕੰਫਰਟ ਲੈਵਲ ਹੈ। ਤੁਸੀਂ MSP ਖਤਮ ਕਰਤੀ, ਕਿਸਾਨ ਤਾਂ ਉੱਥੇ ਹੀ ਮਰ ਗਿਆ ਜਦੋਂ MSP ਖਤਮ ਹੋ ਗਈ। ਇਹਦਾ ਜਵਾਬ ਹਰ ਚੈਨਲ ਜਿਹੜਾ ਤੁਹਾਨੂੰ ਨਾ, ਜਿਹੜਾ ਕੇਂਦਰ ਦੀ ਬੋਲੀ ਬੋਲੇਗਾ, ਜਾਂ ਜਿਹੜੇ ਉਹਨਾਂ ਦੇ ਪ੍ਰਵਕਤਾ ਹੋਣਗੇ, ਜਾਂ ਜਿਹੜੇ ਕੇਂਦਰ ਦੇ ਨਾਲ ਹਮਦਰਦੀ ਰੱਖਣ ਵਾਲੇ ਹੋਣਗੇ, ਉਹ ਕਹਿਣਗੇ ਯਾਰ ਕਹਿ ਤਾਂ ਰਹੀ ਹੈ ਕੇਂਦਰ ਸਰਕਾਰ ਕਿ हमने MSP ਰੱਖੀ ਹੈ। ਬਾਰ-ਬਾਰ ਨਰਿੰਦਰ ਤੋਮਰ ਦਾ ਵੀ ਬਿਆਨ ਆ ਰਿਹਾ ਕਿ MSP ਨਹੀਂ ਖਤਮ ਹੋਣ ਜਾ ਰਹੀ, ਬਟ ਹਾਂ ਲੇਕਿਨ ਉਹ ਕਾਨੂੰਨ 'ਚ ਕਿਉਂ ਨਹੀਂ ਹੈ? ਰਿਟਨ ਲਾਅ ਬਣਿਆ, ਲਾਅ ਦੇ ਵਿੱਚ MSP ਕਿਉਂ ਨਹੀਂ ਹੈ? ਭਾਜੀ ਇਹ ਗੌਰਮੈਂਟ ਮੰਨ ਲਓ ਅਗਲੀ ਵਾਰੀ ਚੇਂਜ ਹੋ ਜਾਂਦੀ ਹੈ, ਅਗਲੀ ਗੌਰਮੈਂਟ ਕਹਿੰਦੀ ਹੈ ਕਿ ਨਹੀਂ MSP ਤਾਂ ਨਹੀਂ ਹੈਗੀ, ਉਹ ਕਹਿਣਗੇ ਨਹੀਂ ਮੋਦੀ ਸਾਹਿਬ ਨੇ ਕਿਹਾ ਸੀ ਕਿ MSP ਹੈਗੀ। ਉਹ ਕਹਿਣਗੇ ਫਿਰ ਉਹਨਾਂ ਨਾਲ ਗੱਲ ਕਰ ਲਓ ਭਾਈ, ਸਾਡੇ ਕੋਲ ਤਾਂ ਹੈ ਨਹੀਂ ਕਿਉਂਕਿ ਲਾਅ 'ਚ ਨਹੀਂ ਹੈਗੀ। ਕਿਸੇ ਦੇ ਵਰਬਲੀ ਕਹਿਣ ਨਾਲ ਮੈਂ ਤੈਨੂੰ ਕਹਾਂ ਕਿ ਯਾਰ ਆਹ ਜਿਹੜੀ ਸੜਕ ਹੈ ਇੱਥੋਂ ਗੱਡੀ ਕੱਢ ਲਓ, ਤੁਸੀਂ ਕਹੋਗੇ ਨਹੀਂ ਯਾਰ ਇਹ ਤਾਂ ਕਿਸੇ ਦਾ ਖੇਤ ਹੈ। ਮੈਂ ਕਹਿੰਦਾ ਪਿਆ ਨਾ ਇਹ ਸੜਕ ਹੀ ਹੈ, ਕੱਢ ਲੈ ਇੱਥੋਂ। 2-4 ਵਾਰੀ ਤਾਂ ਤੁਸੀਂ ਕੱਢ ਲਓਗੇ, ਜਿੱਦਣ ਉਹ ਖੇਤ ਵਾਲਾ ਕਹੇਗਾ ਵੀ ਇੱਥੇ ਗੱਡੀ ਵਾੜੀ ਕਿੱਦਾਂ, ਸਿਆਪਾ ਪੈ ਜਾਏਗਾ। ਜਦ ਤੱਕ ਉਹ ਪੇਪਰਾਂ ਦੇ ਵਿੱਚ ਉਹ ਰੋਡ ਨਹੀਂ ਬਣ ਜਾਂਦੀ, ਜਦ ਤੱਕ ਪੇਪਰ 'ਤੇ ਨਹੀਂ ਆ ਜਾਂਦਾ ਕਿ ਹਾਂ ਇਹ ਰੋਡ ਹੈ, ਇੱਥੋਂ ਗੱਡੀ ਕੱਢੀ ਜਾ ਸਕਦੀ ਹੈ, ਉਹ ਤੁਸੀਂ ਕਿੱਦਾਂ ਕਹਿ ਦੋਗੇ ਕਿ ਮੂੰਹ ਜ਼ਬਾਨੀ ਕਿਸੇ ਦੀ ਗੱਲ ਮੰਨ ਜਾਓਗੇ ਕਿ ਰੋਡ ਹੈ, ਸੜਕ ਹੈ ਜਾਂ ਰਸਤਾ ਹੈ। MSP ਜੇ ਤੁਸੀਂ ਖਤਮ ਨਹੀਂ ਕੀਤੀ, ਉਹਨੂੰ ਕਾਨੂੰਨ 'ਚ ਲਿਆਓ, ਕਿਉਂ ਨਹੀਂ ਲਿਆ ਰਹੇ? ਤੁਸੀਂ ਚੈਨਲਾਂ ਦੀ ਕੁਛ ਦੇਰ ਪਹਿਲਾਂ ਗੱਲ ਕੀਤੀ, ਮੀਡੀਆ ਦਾ ਵੀ ਆਪਣਾ ਇੱਕ ਕੰਮ ਹੁੰਦਾ ਹੈ। ਨਿਊਜ਼ ਚੈਨਲ ਜਿਸ ਤਰੀਕੇ ਨਾਲ, ਨੈਸ਼ਨਲ ਚੈਨਲਸ ਦੀ ਮੈਂ ਗੱਲ ਕਰ ਰਿਹਾ, ਜਿਸ ਤਰੀਕੇ ਨਾਲ ਇਸ ਕਿਸਾਨੀ ਅੰਦੋਲਨ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਨੇ, ਪੋਰਟਰੇ ਕਰ ਰਹੇ ਨੇ, ਤੁਸੀਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਨੈਸ਼ਨਲ ਚੈਨਲ? ਦੇਖੋ, ਮੈਂ ਚੈਨਲਾਂ ਦੀ ਜੇ ਗੱਲ ਕਰੀਏ ਤਾਂ ਤਾਂ ਬੜੀ ਦੇਰ ਤੋਂ ਜ਼ਿੰਮੇਵਾਰੀ ਵਾਲਾ ਰੋਲ ਬਹੁਤੇ ਚੈਨਲਾਂ 'ਤੇ ਅਦਾ ਨਹੀਂ ਹੋ ਰਿਹਾ। ਸਿਰਫ ਕਿਸਾਨੀ ਮੁੱਦੇ 'ਤੇ ਨਹੀਂ, ਕਿਸੇ ਮੁੱਦੇ 'ਤੇ ਵੀ ਨਹੀਂ ਹੋ ਰਿਹਾ। ਇਹ ਸਾਰਿਆਂ ਨੂੰ ਪਤਾ ਹੈ। ਇਹਦੇ 'ਚ ਤਾਂ ਉਹੀ ਪੰਜਾਬੀ 'ਚ ਕਹਿੰਦੇ ਵੀ ਈਸਬ ਗੋਲ 'ਤੇ ਕੁਝ ਨਾ ਫੋਲ।
ਇਹਦੇ 'ਚ ਜੋ ਮਰਜ਼ੀ ਤੁਸੀਂ ਕਰ ਲਓ, ਤੁਹਾਨੂੰ ਇਹ ਪਤਾ ਹੈ ਕਿ ਅੱਜ ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੁੰਦਾ ਤੇ ਸ਼ਾਇਦ ਅੱਜ ਅਸੀਂ ਇਸ ਮੋੜ ਤੇ ਇਸ ਮੌਕੇ ਤੇ ਖੜੇ ਹੀ ਨਾ ਹੁੰਦੇ। ਦਿੱਲੀ 'ਚ ਵੀ ਲਗਾਤਾਰ ਗੋਦੀ ਮੀਡੀਆ ਦਾ ਵਿਰੋਧ ਹੋ ਰਿਹਾ ਹੈ। ਸਾਡੀ ਚੱਲਦੀ ਡਿਬੇਟ ਦੇ ਵਿੱਚ ਵੀ ਲੋਕਾਂ ਵੱਲੋਂ ਇੱਕ ਨਿੱਜੀ ਚੈਨਲ ਦਾ ਵਿਰੋਧ ਕੀਤਾ ਗਿਆ। ਬਹੁਤ ਜ਼ਿਆਦਾ ਲੋਕ ਹੁਣ ਪਸੰਦ ਨਹੀਂ ਕਰ ਰਹੇ ਨੈਸ਼ਨਲ ਚੈਨਲਸ ਨੂੰ। ਦੇਖੋ ਮੀਡੀਆ ਜਿਹਨੂੰ ਅਸੀਂ ਚੌਥਾ ਥੰਮ ਕਹਿੰਦੇ ਆ ਇਹਦਾ ਆਪਣੀ ਲੋਕਤੰਤਰ ਦਾ, ਜਿੱਥੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ, ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਲੋਕ ਉਹਦੇ ਐਂਟੀ ਜਾਣਗੇ, ਲੋਕ ਉਹਦੇ ਐਂਟੀ ਬੋਲਣਗੇ ਵੀ। ਹਾਲਾਂਕਿ ਮੀਡੀਆ ਕੋਲ ਤਾਕਤ ਬਹੁਤ ਹੁੰਦੀ ਹੈ, ਤੁਹਾਡੀ ਆਵਾਜ਼ ਨੂੰ ਦਬਾ ਸਕਦਾ, ਤੁਹਾਡੀ ਆਵਾਜ਼ ਨੂੰ ਬਦਲ ਕੇ ਕੁਝ ਹੋਰ ਪੇਸ਼ ਕਰ ਸਕਦਾ, ਤੁਹਾਡੀ ਆਵਾਜ਼ ਦੇ ਵਿੱਚੋਂ ਤੁਹਾਡੇ ਲਫ਼ਜ਼ ਕੱਢ ਕੇ ਤੁਹਾਨੂੰ ਗੁਨਾਹਗਾਰ ਬਣਾ ਸਕਦਾ, ਤੁਹਾਡੇ ਲਫ਼ਜ਼ਾਂ ਨੂੰ ਆਪਣੇ ਤਰੀਕੇ ਨਾਲ ਮੋੜ ਕੇ ਉਹਨੂੰ ਖਰਾਬ ਸਿਚੁਏਸ਼ਨ ਵਾਲੇ ਪਾਸੇ ਲੈ ਕੇ ਜਾ ਸਕਦਾ। ਇੰਨੀ ਪਾਵਰ ਮੀਡੀਆ ਕੋਲ ਹੁੰਦੀ ਹੈ। ਪਰ ਮੀਡੀਆ ਕੋਲ ਇੱਕ ਜ਼ਿੰਮੇਵਾਰੀ ਦੀ ਭਾਵਨਾ ਵੀ ਹੁੰਦੀ ਹੈ, ਇੱਕ ਆਤਮਿਕ ਜ਼ਿੰਮੇਵਾਰੀ ਹੁੰਦੀ ਹੈ। ਇਹ ਚੀਜ਼ਾਂ ਖਤਮ ਹੋ ਗਈਆਂ ਨੇ। ਨਿਭਾ ਰਿਹਾ ਜ਼ਿੰਮੇਵਾਰੀ ਮੀਡੀਆ ਨੈਸ਼ਨਲ ਨਹੀਂ ਨਿਭ ਰਹੀ ਪ੍ਰੋਪਰਲੀ, ਬਿਲਕੁਲ ਨਹੀਂ ਨਿਭ ਰਹੀ ਜੀ। ਔਰ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰਾਨਾ ਰੂਪ ਜਿਹੜਾ ਮੀਡੀਆ ਨੇ ਵੀ ਅਖਤਿਆਰ ਕੀਤਾ ਹੋਇਆ, ਉਹਦਾ ਖਮਿਆਜਾ ਹਿੰਦੁਸਤਾਨ ਨੂੰ ਸਾਲਾਂ ਦੇ ਸਾਲ ਭੁਗਤਣਾ ਪੈਣਾ। ਇਹ ਮੇਰੀ ਗੱਲ ਤੁਸੀਂ ਯਾਦ ਕਰ ਲਿਓ। ਚੈਨਲਾਂ ਤੇ ਨੈਸ਼ਨਲ ਚੈਨਲਾਂ ਤੇ ਡਿਬੇਟ ਹੀ ਇਸ ਮੁੱਦੇ ਤੇ ਹੁੰਦੀ ਹੈ ਕਿ ਆਖਿਰ ਕਿਸਾਨਾਂ ਨੂੰ ਗੁੰਮਰਾਹ ਕੌਣ ਕਰ ਰਿਹਾ ਹੈ, ਨਾ ਕਿ ਇਸ ਮੁੱਦੇ ਤੇ ਹੋ ਰਹੀ ਹੈ ਕਿ ਕਿਸਾਨਾਂ ਨੂੰ ਆਖਿਰ ਤਕਲੀਫ ਕੀ ਹੈ। ਉਹ ਸਿੱਧਾ ਡਿਬੇਟ ਹੀ ਇਸ ਮੁੱਦੇ ਤੇ ਕਰਦੇ ਨੇ ਕਿ ਖਾਲਿਸਤਾਨ ਫੰਡਡ ਹੈ ਜਾਂ ਗੁੰਮਰਾਹ ਕੌਣ ਕਰ ਰਿਹਾ। ਉਸ ਟਰੈਕ ਤੇ ਨੈਸ਼ਨਲ ਮੀਡੀਆ ਫਿਲਹਾਲ ਚੱਲਿਆ ਹੋਇਆ, ਇੱਦਾਂ ਦੇ ਇਲਜ਼ਾਮ ਲੱਗ ਰਹੇ ਨੇ ਤੇ ਲੋਕ ਦੇਖ ਵੀ ਰਹੇ ਨੇ ਖੁਦ। ਬਿਲਕੁਲ ਜੀ, ਜਦੋਂ ਤੁਸੀਂ ਇੱਕ ਚੀਜ਼ ਦਾ ਤੁਸੀਂ ਰਿਜ਼ਲਟ ਕੱਢ ਕੇ ਫਿਰ ਉਹਦੇ ਤੇ ਪ੍ਰੋਸੈਸ ਸ਼ੁਰੂ ਕਰੋਗੇ, ਤੁਸੀਂ ਕਹਿ ਦੋਗੇ ਵੀ ਇਹਦਾ ਤੁਸੀਂ ਕਦੇ ਦੇਖਿਆ ਕਿ ਸਵਾਲ ਸਕੂਲ 'ਚ ਪੜ੍ਹਦੇ ਰਹੇ ਆਪਾਂ, ਅਸੀਂ ਪਹਿਲੋਂ ਸਵਾਲ ਤੁਹਾਨੂੰ ਪਾਇਆ ਜਾਂਦਾ, ਫਿਰ ਤੁਸੀਂ ਫਾਰਮੂਲਾ ਲਾ ਕੇ ਉਹਦਾ ਆਨਸਰ ਕੱਢਦੇ ਹੋ। ਤੁਸੀਂ ਪਹਿਲੋਂ ਆਨਸਰ ਕੱਢ ਕੇ ਫਿਰ ਕਹੋਗੇ ਵੀ ਹੁਣ ਫਾਰਮੂਲਾ ਲਾਓ, ਹੁਣ ਇਹਦਾ ਸਵਾਲ ਪੈਦਾ ਕਰੋ ਕੀ ਹੁੰਦਾ। ਅਤੇ ਇਹ ਤਾਂ ਉਲਟਾ ਚੱਲਿਆ ਹੋਇਆ ਨਾ ਜੀ। ਆਨਸਰ ਤੁਹਾਡੇ ਕੋਲ ਪਹਿਲੋਂ, ਤੁਸੀਂ ਡਿਸੀਜਨ 'ਤੇ ਪਹੁੰਚੇ ਹੋਏ ਹੋ ਕਿ ਕਿਸਾਨ ਗਲਤ ਹੈ, ਕਿਸਾਨ ਨੁਕਸਾਨ ਕਰ ਰਿਹਾ ਹਿੰਦੁਸਤਾਨ ਦਾ, ਕਿਸਾਨ ਗਲਤ ਸੰਘਰਸ਼ ਕਰ ਰਿਹਾ। ਇਹ ਤੁਸੀਂ ਨਤੀਜਾ ਕੱਢ ਲਿਆ ਪਹਿਲੋਂ, ਫਿਰ ਉਹਦੇ ਉੱਤੇ ਡਿਬੇਟ ਸ਼ੁਰੂ ਕਰਤੀ। ਉਹ 'ਤੇ ਕਾਹਦੀ ਡਿਬੇਟ ਹੋਣੀ ਹੈ। ਕਹਿੰਦਾ ਮੈਂ ਤਾਂ, ਕਿਸੇ ਸ਼ਾਇਰ ਦੀ ਗੱਲ ਹੈ ਕਿ ਮੈਂ ਤਾਂ ਜਵਾਬੀ ਖੱਤ ਹਾਂ, ਮੈਨੂੰ ਪੜ੍ਹ ਕੇ ਮੇਰੇ ਅੰਦਰ ਦੀ ਮੌਲਿਕਤਾ ਦਾ ਅੰਦਾਜ਼ਾ ਤੁਸੀਂ ਕਿਵੇਂ ਲਗਾਓਗੇ। ਜਦ ਤੱਕ ਤੁਸੀਂ ਉਹ ਖੱਤ ਹੀ ਨਹੀਂ ਪੜ੍ਹਿਆ ਜਿਹਦਾ ਮੈਂ ਜਵਾਬ ਹਾਂ, ਤੁਸੀਂ ਅਸਲੀ ਖੱਤ ਨਹੀਂ ਪੜ੍ਹਿਆ, ਆਨਸਰ ਵਾਲਾ ਖੱਤ ਪੜ੍ਹ ਰਹੇ ਹੋ, ਨਾਰਾਜ਼ ਹੋ ਰਹੇ ਹੋ ਜਾਂ ਉਹਨੂੰ ਭੰਡ ਰਹੇ ਹੋ, ਅਤੇ ਮੇਰੇ ਖਿਆਲ ਨਾਲ ਤੁਹਾਡੀ ਬਹੁਤ ਵੱਡੀ ਇੱਕ ਕਮੀ ਹੈ, ਕਮਜ਼ੋਰੀ ਹੈ, ਤੰਗ ਦਿਲੀ ਹੈ। ਤੁਸੀਂ ਖੁਦ ਇੱਕ ਕਲਾਕਾਰ ਹੋ, ਤੁਹਾਨੂੰ 3 ਦਹਾਕੇ ਹੋ ਚੁੱਕੇ ਨੇ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ। ਕੰਗਨਾ ਰਣੌਤ ਬਾਲੀਵੁੱਡ ਦੇ ਇੱਕ ਬਹੁਤ ਵੱਡੇ ਐਕਟਰੈਸ ਨੇ, ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ। ਇੱਕ ਸਾਡੇ ਮਾਤਾ ਜੀ ਨੇ ਜੋ ਸੰਘਰਸ਼ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਸਨ, ਉਹਨਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਅਜਿਹੇ ਬੀਬੀਆਂ ਤਾਂ 100 ਰੁਪਏ ਦੇ ਵਿੱਚ ਆ ਜਾਂਦੀਆਂ ਨੇ ਲੋਕਾਂ ਦੇ ਸੰਘਰਸ਼ ਵਿੱਚ। ਬੇਹੱਦ ਮੰਦਭਾਗਾ ਬਿਆਨ ਉਸ ਨੂੰ ਕਿਹਾ ਜਾ ਰਿਹਾ, ਕਿਵੇਂ ਦੇਖ ਰਹੇ ਹੋ? ਸੋ ਇੱਕ ਮੈਂ ਕੰਗਣਾ ਨੂੰ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੀ ਬਹੁਤ ਜ਼ਿਆਦਾ ਅਨਪੜ੍ਹਤਾ ਦਾ ਸਬੂਤ ਦਿੱਤਾ ਇੱਦਾਂ ਦਾ ਬਿਆਨ ਦੇ ਕੇ। ਕੰਗਣਾ ਇੱਕ ਮਤਲਬ ਲੋਕਾਂ ਦੀ ਫੇਵਰੇਟ ਆਰਟਿਸਟ ਸੀ, ਉਹਨੂੰ ਹਰ ਬੰਦਾ ਦੇਖਦਾ ਸੀ, ਐਕਟਰੈਸ ਸੀ ਦੇਖਦੀ ਸੀ। ਪਰ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਫਿਲਮ ਦੇ ਵਿੱਚ ਕਿਸੇ ਇੱਕ ਫਿਲਮ 'ਚ ਅੱਛਾ ਰੋਲ ਨਿਭਾ ਜਾਏ ਜਾਂ 2-3 ਫਿਲਮਾਂ 'ਚ ਅੱਛਾ ਰੋਲ ਨਿਭਾ ਜਾਏ, ਉਹ ਸੂਝਵਾਨ ਵੀ ਓਨਾ ਹੀ ਹੋਵੇ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਪੋਲੀਟੀਕਲ ਸੂਝ ਜਾਂ ਮੀਡੀਆ ਨਾਲ ਗੱਲ ਕਰਨ ਦੀ ਸਮਝ, ਅਕਲ, ਸਮਝ, ਜ਼ਿੰਮੇਦਾਰੀ ਸਭ ਪਹਿਲੋਂ ਲੈ ਕੇ ਫਿਰ ਬਿਆਨ ਦਾਗਣੇ ਚਾਹੀਦੇ ਸੀ। ਹਾਂ, ਉਹ ਮੁੰਬਈ ਦੇ ਵਿੱਚ ਰਹੇ ਨੇ, ਮੁੰਬਈ ਦੇ ਮੁੱਦੇ 'ਤੇ, ਸੁਸ਼ਾਂਤ ਦੇ ਮੁੱਦੇ 'ਤੇ ਬੋਲ ਰਹੇ ਸੀ, ਕੋਈ ਗੱਲ ਨਹੀਂ ਹੈ ਨਾ, ਉੱਥੋਂ ਤੱਕ ਠੀਕ ਸੀ। ਉਹਨਾਂ ਨੂੰ ਜੋ ਲੱਗ ਰਿਹਾ ਸੀ, ਲੋਕ ਉਹਦਾ ਵਿਰੋਧ ਵੀ ਕਰ ਰਹੇ ਸੀ, ਉਹਦੇ ਹੱਕ 'ਚ ਵੀ ਬੋਲ ਰਹੇ ਸੀ। ਪਰ ਇੱਕ ਔਰਤ ਹੋ ਕੇ ਇੱਕ ਬਜ਼ੁਰਗ ਮਾਂ ਬਾਰੇ ਇੰਨੀ ਗੱਲ ਕਹਿ ਦੇਣੀ ਕਿ ਇਹ ਤਾਂ 100 ਰੁਪਏ 'ਚ ਆ ਜਾਂਦੀਆਂ ਇੱਦਾਂ ਦੀਆਂ ਉੱਥੇ ਔਰਤਾਂ, ਮੇਰੇ ਖਿਆਲ ਨਾਲ ਇਹ ਸਿਰਫ ਪੰਜਾਬੀਆਂ ਦੀ ਫਰਾਖ ਦਿਲੀ ਹੈ ਕਿ ਅਜੇ ਤੱਕ ਇਸ ਗੱਲ ਨੂੰ ਬਰਦਾਸ਼ਤ ਕੀਤਾ ਹੋਇਆ ਲੋਕਾਂ ਨੇ। ਵਰਨਾ ਇਸ ਗੱਲ ਦਾ ਲੋਕ ਅਗਰ ਨੋਟਿਸ ਲੈ ਜਾਂਦੇ ਤਾਂ ਬਹੁਤ ਇਹਦਾ ਵਿਰੋਧ ਇਸ ਗੱਲ ਦਾ ਵੱਡੇ ਪੱਧਰ 'ਤੇ ਹੋ ਸਕਦਾ। ਤੁਹਾਨੂੰ ਲੱਗਦਾ ਹਰ ਮੁੱਦੇ 'ਤੇ ਟਿੱਪਣੀ ਦੇਣਾ ਜ਼ਰੂਰੀ ਹੈ? ਸੋਸ਼ਲ ਮੀਡੀਆ 'ਤੇ ਇਸ ਵਕਤ ਹਰ ਬੰਦਾ ਐਕਸਪਰਟ ਬਣੀ ਬੈਠਾ ਹੈ, ਭਾਵੇਂ ਕੰਗਨਾ ਰਣੌਤ ਹੋਏ, ਭਾਵੇਂ ਕੋਈ ਹੋਰ ਹੋਣ। ਕੰਗਨਾ ਦੇ ਵਿਰੋਧ ਦੇ ਵਿੱਚ ਵੀ ਕਈ ਬਿਆਨ ਸਾਹਮਣੇ ਆਏ, ਕਈ ਕਲਾਕਾਰਾਂ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਗਿਆ ਇਸ ਕਮੈਂਟ ਨੂੰ। ਤੁਹਾਨੂੰ ਲੱਗਦਾ ਹਰ ਮੁੱਦੇ 'ਤੇ ਸੋਸ਼ਲ ਮੀਡੀਆ 'ਤੇ ਟਿੱਪਣੀ ਦੇਣਾ ਹੈ ਜ਼ਰੂਰੀ ਹੈ? ਨਹੀਂ, ਜਦ ਤੱਕ ਤੁਹਾਡੀ ਲੋੜ ਹੀ ਨਹੀਂ, ਤੁਹਾਨੂੰ ਪੁੱਛਿਆ ਨਹੀਂ ਜਾ ਰਿਹਾ, ਤੁਹਾਡੀ ਕੋਈ ਜ਼ਰੂਰਤ ਹੀ ਨਹੀਂ ਉਸ ਮੁੱਦੇ 'ਤੇ ਗੱਲ ਕਰਨ ਦੀ, ਤੁਸੀਂ ਕਿਉਂ ਕਰਦੇ ਹੋ? ਕੰਗਣਾ ਨੂੰ ਮੈਂ ਦੇਖੋ ਪਿੰਡ 'ਚੋਂ ਆਏ ਨੇ ਹੈ ਨਾ, ਇੱਥੋਂ ਹਿਮਾਚਲ 'ਚੋਂ, ਅਤੇ ਇਹਨਾਂ ਨੇ ਵੀ ਕਿਤੇ ਨਾ ਕਿਤੇ ਗਰੀਬੀ ਦਾ ਦੌਰ ਦੇਖਿਆ ਹੋਏਗਾ। ਇਹਨਾਂ ਨੇ ਸਟਰਗਲ ਦੇਖਿਆ ਇਹਨਾਂ ਦਾ ਵੀ ਇੱਕ ਲੰਬਾ। ਗਰੀਬੀ ਦਾ ਦੌਰ ਕਹਾਂਗਾ, ਸਟਰਗਲ ਤਾਂ ਬਾਅਦ 'ਚ ਸ਼ੁਰੂ ਹੁੰਦੀ ਹੈ। ਪੇਰੈਂਟਸ ਨੂੰ ਜ਼ਿੰਦਗੀ ਦੀ ਗਰੀਬੀ ਨਾਲ ਜੂਝਦੇ ਵੀ ਦੇਖਿਆ ਹੋਏਗਾ। ਇਹਨਾਂ ਨੇ ਖੇਤੀ ਨਹੀਂ ਕੀਤੀ ਤਾਂ ਇਹਨਾਂ ਦੇ ਆਲੇ ਦੁਆਲੇ ਲੋਕਾਂ ਨੇ ਖੇਤੀ ਕੀਤੀ ਹੋਏਗੀ। ਇੱਕ ਕਿਸਾਨ ਦੀ ਜ਼ਿੰਦਗੀ ਦਾ ਅੰਦਾਜ਼ਾ ਜੇ ਕੰਗਣਾ ਨਹੀਂ ਲਗਾ ਸਕਦੇ ਤਾਂ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਅਫਸੋਸ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਤੁਸੀਂ ਇੱਕ ਗਰੀਬ ਬੰਦੇ ਨੂੰ, ਜਿਹੜਾ ਸਿਆਲਾਂ ਵਿੱਚ ਵੀ ਇੱਥੇ ਤੱਕ ਵਿਚਾਰਾ ਆਪਣੇ ਪਜਾਮੇ ਚੱਕ ਕੇ ਅਤੇ ਪਾਣੀ ਦੇ ਵਿੱਚ ਕੰਮ ਕਰ ਰਿਹਾ ਹੁੰਦਾ, ਸਰਦੀ ਦੇ ਵਿੱਚ, ਗਰਮੀ ਦੇ ਵਿੱਚ ਤੁਸੀਂ ਜਦੋਂ AC ਲਾ ਕੇ ਘਰਾਂ 'ਚ ਬੈਠੇ ਹੁੰਦੇ ਹੋ, ਉਹ ਤੁਹਾਡੇ ਲਈ ਕਣਕ ਤਿਆਰ ਕਰ ਰਿਹਾ ਹੁੰਦਾ। ਲੋਕ ਕਹਿੰਦੇ ਆ ਵੀ ਇਹ ਤਾਂ ਕਿਸਾਨ ਦਾ ਕੰਮ ਹੈ ਇਹ ਪ੍ਰੋਡਿਊਸ ਕਰਨਾ,
ਪਰ ਜਿੱਦਣ ਕਿਸਾਨ ਨੇ ਇਹ ਕੰਮ ਬੰਦ ਕਰਤਾ, ਜਿੱਦਣ ਉਹ ਦੁਖੀ ਹੋ ਗਿਆ, ਤੇ ਤੁਹਾਨੂੰ ਜਿਹੜੇ ਬੰਦੇ ਕਾਨੂੰਨ ਬਣਾਉਂਦੇ ਆ ਨਾ ਪਾਰਲੀਮੈਂਟ 'ਚ ਬਹਿ ਕੇ, ਭੁੱਖੇ ਮਰਨਗੇ ਉਹੀ। ਜਦੋਂ ਕਾਨੂੰਨ ਪਾਸ ਹੋ ਰਿਹਾ ਸੀ ਉਦੋਂ ਵੀ ਜੇ ਸੈਸ਼ਨ 8-10 ਘੰਟੇ ਚੱਲਿਆ ਹੋਏਗਾ ਨਾ, ਤੇ ਵਿੱਚੋਂ 2 ਵਾਰੀ ਉੱਠ ਕੇ ਕਿਸਾਨ ਦੀ ਬਣਾਈ ਹੋਈ ਰੋਟੀ ਖਾਣ ਗਏ ਹੋਣਗੇ। ਜਿਹੜੀ ਕਿਸਾਨ ਨੇ ਕਣਕ ਪੈਦਾ ਕੀਤੀ ਸੀ ਨਾ, ਕਹਿੰਦੇ ਚਲੋ ਇਸ 'ਤੇ ਬਾਅਦ ਵਿੱਚ ਬਾਤ ਕਰਤੇ ਹਾਂ, ਥੋੜਾ ਖਾਣਾ ਖਾ ਲੈਂ, ਤੇ ਖਾਣਾ ਖਾਂਦਿਆਂ ਗਰਾਹੀਆਂ ਤੋੜਦਿਆਂ ਸਮਝ ਨਹੀਂ ਆਈ ਕਿ ਜਿਹਦੀ ਅਸੀਂ ਬ੍ਰੇਕ ਲੈ ਕੇ, ਜਿਹਦਾ ਬੇੜਾ ਗਰਕ ਕਰ ਰਹੇ, ਜਿਸ ਕਿਸਾਨ ਦਾ ਬ੍ਰੇਕ ਲੈ ਕੇ ਰੋਟੀ ਜਿਹੜੀ ਖਾ ਰਹੇ, ਇਹ ਵੀ ਤੇ ਉਹਦੀ ਪੈਦਾ ਕੀਤੀ ਹੋਈ ਹੈ। ਉਹਦੇ ਤੇ ਹੀ ਠੰਡੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ, ਹੱਥਰੂ ਗੈਸ ਦੇ ਗੋਲੇ ਛੱਡੇ ਗਏ, ਉਸੇ ਦੇ ਨਾਲ ਅਜਿਹਾ ਵਤੀਰਾ ਕੀਤਾ ਗਿਆ। ਜਦੋਂ ਭਾਜੀ ਲੋਕਡਾਊਨ ਸੀਗਾ, ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਭਾਜੀ ਨਵੇਂ ਕੱਪੜੇ ਘਰ ਭਿਜਵਾ ਦਿਓ, ਸਾਡੇ ਜੈਕਟਾਂ ਸ਼ੂਜ਼ ਮੇਰੇ ਘਰ ਨਵੇਂ ਭਿਜਵਾ ਦਿਓ। ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਫਿਲਮਾਂ ਦੇਖਣੀਆਂ, ਸਾਨੂੰ ਸਿਨੇਮਾ ਸਾਡੇ ਘਰ ਦੇ ਲਾਗੇ ਲਿਆਓ ਕਿਤੇ, ਜਾਂ ਸਾਨੂੰ ਸਿਨੇਮੇ ਲੈ ਕੇ ਜਾਓ। ਲੋਕੀ ਬੁਰਾ ਹਾਲ ਸੀ ਲੋਕਾਂ ਦਾ, ਲੋਕੀ ਕਹਿੰਦੇ ਕਿਸੇ ਤਰੀਕੇ ਰਾਸ਼ਨ ਪਹੁੰਚਦਾ ਕਰ ਦਿਓ। ਜਦੋਂ ਦੁਨੀਆ ਮਰਨ 'ਤੇ ਆ ਜਾਏਗੀ ਨਾ, ਆ ਸਭ ਫੈਲਸੂਫੀਆਂ ਸਭ ਖਤਮ ਹੋ ਜਾਣਗੀਆਂ। ਚੈਨਲ ਵੀ ਭਾਵੇਂ ਉਦੋਂ ਨਹੀਂ ਚੱਲਣਗੇ, ਜੈਕਟਾਂ ਕਮੀਜ਼ਾਂ ਭਾਵੇਂ ਬੋਰੀਆਂ ਦੇ ਕੱਪੜੇ ਪਾ ਲਾਂਗੇ, ਪਰ 4 ਘੰਟੇ ਬਾਅਦ ਬੱਚਿਆਂ ਨੂੰ ਰੋਟੀ ਦੇਣੀ ਪਏਗੀ, 6 ਘੰਟੇ ਬਾਅਦ ਜਦੋਂ ਭੁੱਖੇ ਰੋਣਗੇ। ਜਦੋਂ ਨਹੀਂ ਮਿਲਦੀ ਨਾ ਰੋਟੀ, ਉਹਨਾਂ ਹਾਲਾਤਾਂ ਜਾ ਕੇ ਦੇਖੋ, ਲੋਕੀ ਘਾਹ ਉਬਾਲ ਕੇ ਵੀ ਖਾਂਦੇ ਆ ਉੱਥੇ ਜਿੱਥੇ ਰੋਟੀ ਨਹੀਂ ਮਿਲਦੀ। ਸੋ ਇਹ ਸੋਚ ਕੇ ਦੇਖੋ ਕਿ ਜਿਹੜੇ ਅਸੀਂ ਪੀਜ਼ਾ, ਪਾਸਤਾ, 버ਗਰ, ਨੂਡਲਸ, ਜਿਹੜੇ ਅਸੀਂ ਪੌਪਕੌਰਨਸ ਖਾ ਰਹੇ ਹਾਂ, ਫਿਰ ਅਸੀਂ ਕਹਿੰਦੇ ਹਾਂ ਕਿ ਮੁਝੇ ਇਹ ਕੌਫੀ ਦੇ ਦਿਓ। ਉਸਮੇ ਕੌਫੀ ਦੀ ਵੀ ਤਾਂ ਭਾਵੇਂ ਅਸਾਮ 'ਚ ਕੋਈ ਕਿਤੇ ਹੁੰਦੀ ਕਾਸ਼ਤ ਹੀ ਕਰਦਾ ਨਾ, ਕਿਤੇ ਪੱਤੀ ਦੀ ਵੀ ਕੋਈ ਕਾਸ਼ਤ ਕਰਦਾ, ਕਿਸਾਨ ਹੀ ਕੰਮ ਕਰ ਰਿਹਾ ਉੱਥੇ। ਦੁੱਧ ਜਿਹੜਾ ਕਿਸਾਨ ਡੇਅਰੀ ਫਾਰਮਿੰਗ ਕਰਦਾ, ਸਾਡੇ ਤੱਕ ਦੁੱਧ ਪਹੁੰਚਦਾ। ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਉਹਦੇ 'ਚ ਖੰਡ ਮਿੱਠਾ ਐਡ ਕਰ ਰਹੇ ਹਾਂ, ਚਾਹੇ ਉਹ ਕਿਸੇ ਫਾਰਮ ਦੇ ਵਿੱਚ ਹੈ, ਉਹ ਕਿਸਾਨ ਨੇ ਖੇਤਾਂ 'ਚ ਗੰਨਾ ਪੈਦਾ ਕੀਤਾ, ਉਹਦੇ ਵਿੱਚੋਂ ਆਇਆ। ਕਿਸਾਨ ਤਾਂ ਕਿਸੇ ਵੀ ਸੂਬੇ ਦੇ ਨਾਲ ਤਾਂ ਇੱਕ ਲਿਮਿਟਡ ਨਹੀਂ ਹੋ ਸਕਦਾ, ਇਸ ਲਈ ਹਰਿਆਣਾ ਦੇ ਵਿੱਚੋਂ, ਯੂਪੀ ਦੇ ਵਿੱਚੋਂ ਜਾਂ ਹੋਰ ਸੂਬਿਆਂ ਦੇ ਕਿਸਾਨਾਂ ਵੱਲੋਂ ਵੀ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ। ਅਸੀਂ ਤਸਵੀਰਾਂ ਸਾਰੇ ਦੇਖ ਹੀ ਰਹੇ ਹਾਂ। ਸਮਰਥਨ ਨਹੀਂ, ਹੁਣ ਤਾਂ ਕਿਸਾਨ ਆ ਗਿਆ। ਹਰਿਆਣਾ ਦੇ ਕਿਸਾਨ ਬਹੁਤ ਪਹੁੰਚੇ ਨੇ, ਯੂਪੀ ਦੇ ਪਹੁੰਚੇ ਨੇ, ਸਾਰਾ ਕਿਸਾਨ ਆ ਗਿਆ, ਰਾਜਸਥਾਨ ਤੋਂ ਕਿਸਾਨ ਚੱਲ ਪਿਆ। ਸੋ ਸਾਰਾ ਕਿਸਾਨ ਇੱਕ ਥਾਂ 'ਤੇ ਇਕੱਠਾ ਹੋ ਰਿਹਾ। ਇਹਨੂੰ ਪੰਜਾਬ ਨਾਲ ਨਾ ਜੋੜ ਕੇ ਦੇਖੋ, ਮੇਰੀ ਬੇਨਤੀ ਹੈ, ਇਹਦੀ ਗੱਲ ਦੀ ਸੀਰੀਅਸਨੈਸ ਨੂੰ ਸਮਝੋ। ਔਰ ਬੇਨਤੀ ਇਹ ਹੈ ਕਿ ਇਹ ਮਤ ਸੋਚੋ ਕਿ ਸੰਘਰਸ਼ BSF ਨੇ ਉਠਾ ਦੇਣਾ ਜਾਂ ਆਰਮੀ ਨੇ ਉਠਾ ਦੇਣਾ, ਉਹ ਫਿਰ ਤੁਸੀਂ ਧੱਕਾ ਕਰੋਗੇ, ਔਰ ਧੱਕੇ ਦਾ ਰਿਜ਼ਲਟ ਹਮੇਸ਼ਾ ਖਰਾਬ ਹੁੰਦਾ। ਧੱਕਾ ਨਾ ਕਰੋ, ਇਸ ਗੱਲ ਦੀ ਸੀਰੀਅਸਨੈਸ ਨੂੰ ਸਮਝੋ, ਔਰ ਇਹ ਸਮਝੋ ਕਿ ਗੱਲਬਾਤ ਨਾਲ ਹੀ ਮੁੱਕਣੀ ਹੈ। ਚਾਹੇ 3 ਮਹੀਨੇ ਪਹਿਲਾਂ ਗੱਲਬਾਤ ਕਰ ਲੈਂਦੇ, ਅੱਜ ਕਰ ਲੈਂਦੇ। ਅੱਜ ਦੇ ਹਾਲਾਤਾਂ ਨੂੰ ਸਮਝਦੇ ਹੋਏ ਚਲੋ, ਦੇਰ ਆਏ ਦਰੁਸਤ ਆਏ। ਮੈਂ ਇਹ ਕਹਾਂਗਾ, ਕਿਸਾਨ ਦੀਆਂ ਜ਼ਰੂਰੀ ਮੰਗਾਂ ਨੂੰ ਵਿੱਚ ਸ਼ਾਮਿਲ ਕਰੋ, ਅਤੇ ਕਿਸਾਨ ਨੂੰ ਠੰਡਾ ਕਰਕੇ, ਉਹਦਾ ਮਨ ਸ਼ਾਂਤ ਕਰਕੇ ਉਹਨੂੰ ਘਰ ਭੇਜੋਗੇ, ਅਤੇ ਤਾਂ ਹੀ ਇਹ ਮੁਲਕ ਦੇ ਵਿੱਚ ਇੱਕ ਚੰਗਾ ਸਾਂਝੀਵਾਲਤਾ ਦਾ ਜਿਹੜਾ ਸੰਦੇਸ਼ ਹੈ ਉਹ ਜਾ ਸਕਦਾ। ਵਰਨਾ ਇਹ ਚੀਜ਼ਾਂ ਵਖਰੇਵੇਂ ਪੈਦਾ ਕਰਦੀਆਂ ਜਾਣਗੀਆਂ, ਮਾਹੌਲ ਹੋਰ ਖਰਾਬ ਹੁੰਦੇ ਜਾਣਗੇ, ਜਿਹੜੇ ਹਿੰਦੁਸਤਾਨ ਲਈ, ਹਿੰਦੁਸਤਾਨ ਦੇ ਆਵਾਮ ਲਈ, ਸਾਡੇ ਸਾਰਿਆਂ ਲਈ ਚੰਗੇ ਨਹੀਂ ਹੈ। ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਸਾਨੂੰ ਸਾਰਿਆਂ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ ਹੈ, ਸਾਡਾ ਹੱਕ ਸਾਡੇ ਤੱਕ ਰਹਿਣ ਦਿੱਤਾ ਜਾਏ। ਬਿਲਕੁਲ, ਅਸੀਂ ਵੀ ਉਮੀਦ ਇਹੀ ਕਰਦੇ ਹਾਂ ਕਿ ਸ਼ਾਂਤੀ ਬਰਕਰਾਰ ਰਵੇ, ਕਿਸੇ ਤਰੀਕੇ ਦੇ ਤਣਾਅਪੂਰਨ ਹਾਲਾਤ ਨਾ ਬਣ। ਦਿੱਲੀ ਕਈ ਕਲਾਕਾਰ ਪਹੁੰਚੇ। ਹੁਣ ਸਿੱਧੂ ਮੂਸੇਵਾਲੇ ਦੇ ਬਾਰੇ ਸਵਾਲ ਕੀਤਾ ਜਾ ਸਕਦਾ ਕਿ ਤੁਸੀਂ ਕਿੱਥੇ ਹੋ ਬਾਈ ਜੀ, ਉਹ ਵੀ ਜਾਇਆ। ਬੱਬੂ ਮਾਨ ਨੂੰ ਲੈ ਕੇ ਸਵਾਲ ਹੋ ਰਿਹਾ ਸੀਗਾ ਕਿ ਤੁਸੀਂ ਕਿੱਥੇ ਹੋ ਬਾਈ ਜੀ, ਉਹ ਵੀ ਹੁਣ ਜਾਇਆ। ਗੁਰਪ੍ਰੀਤ ਘੁੱਗੀ ਕਦੋਂ ਜਾਣਾ? ਮੈਂ ਦੱਸਦਾ, ਇਹਦੇ ਵਿੱਚ ਹੁਣ ਤੁਸੀਂ ਸਟੂਡੀਓ 'ਚ ਬੈਠੇ ਹੋ, ਤੁਹਾਡੇ ਇਸ ਚੈਨਲ ਨੂੰ ਰਨ ਕਰਦੇ ਨੇ ਸਾਡੇ ਭਾਜੀ ਯਾਦਵਿੰਦਰ ਜੀ, ਉਹ ਕਿੱਥੇ ਨੇ? ਫੀਲਡ ਵਿੱਚ ਹੀ ਨੇ, ਪਹਿਲੇ ਦਿਨ ਤੋਂ ਫੀਲਡ ਵਿੱਚ ਨੇ ਲਗਾਤਾਰ। ਉੱਥੇ ਗਏ ਨੇ ਨਾ, ਤੁਸੀਂ ਇੱਥੇ ਬੈਠੇ ਹੋ। ਇਹਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਉੱਥੇ ਗਿਆ ਜਾਂ ਇੱਥੇ ਗਿਆ ਬੈਠਾ, ਉਹਦਾ ਮਤਲਬ ਇਹ ਨਹੀਂ ਕਿ ਉਹਦੀ ਭਾਵਨਾ 'ਚ ਕੋਈ ਫਰਕ ਹੈ। ਜਦੋਂ ਮੇਰਾ ਜਿਹੜੀਆਂ ਪ੍ਰਾਇਰ ਕਮਿਟਮੈਂਟ ਸੀਗੀਆਂ, ਮੈਂ ਕਿਸੇ ਦਾ ਨੁਕਸਾਨ ਕਰਕੇ ਮੈਂ ਸ਼ੂਟਿੰਗ ਛੱਡ ਕੇ ਉੱਥੇ ਅਗਰ ਚਲਾ ਵੀ ਜਾਂਦਾ, ਕੋਈ ਮੈਨੂੰ ਨਹੀਂ ਸੀ ਫਰਕ ਪੈਣਾ, ਕਿਸੇ ਬੰਦੇ ਦਾ ਨੁਕਸਾਨ ਹੋਣਾ ਸੀ। ਜੇ ਮੈਂ ਧਰਨਿਆਂ 'ਚ ਨਾਲ ਗਿਆ ਜਾਂ ਆਪਾਂ ਸੋਸ਼ਲ ਮੀਡੀਆ 'ਤੇ ਰੋਜ਼ ਨਾਲ ਆ, ਕਿਸਾਨ ਦੇ ਮੋਰਲ ਸਪੋਰਟ ਦੇ ਰਹੇ ਹਾਂ, ਅਤੇ ਇਹਦਾ ਮਤਲਬ ਅਸੀਂ ਨਾਲ ਹੀ ਹਾਂ। ਜੇ ਮੈਂ ਉੱਥੇ ਜਾਣਾ ਵੀ ਹੈ ਮੰਨ ਲਓ, ਤੇ ਉਹਦੇ ਨਾਲ ਕੋਈ ਇਹ ਨਹੀਂ ਕਿ ਦਿਲੋਂ ਤੁਸੀਂ ਕਹਿ ਰਹੇ ਹੋ ਕਿ ਜੁੜੇ ਹੋਏ ਆ। ਭਾਵੇਂ ਆਤਮਿਕ ਤੌਰ 'ਤੇ ਅਸੀਂ ਖੁਦ ਕਿਸਾਨ ਆ ਯਾਰ। ਜੇ ਇੱਕ ਜ਼ਿੰਦਗੀ 'ਚ ਮੂਮੈਂਟ ਉਹ ਆ ਜਾਂਦੀ ਹੈ ਕਿ ਸਾਨੂੰ ਇੱਕ ਪਾਸਾ ਕਰਨਾ ਪਏਗਾ, ਤੇ ਫਿਰ ਅਸੀਂ ਤਾਂ ਕਿਸਾਨ ਆ ਪਹਿਲੋਂ। ਮੈਂ ਤਾਂ ਫਿਰ ਆਪਣੇ ਨਿਆਣੇ ਵੀ ਇੱਧਰ ਪਾ ਦੂੰਗਾ, ਭਾਈ ਬਾਕੀ ਹੁਣ ਛੱਡੋ, ਪਹਿਲੋਂ ਕਿਸਾਨੀ ਬਚਾ ਲਓ। ਸੋ ਇਹਦੇ 'ਚ ਕੋਈ ਦੋ ਰਾਏ ਹੈ ਨਹੀਂ। ਇਹ ਨਹੀਂ ਕਿ ਜਿਹੜਾ ਕਲਾਕਾਰ ਅਜੇ ਗਿਆ ਨਹੀਂ, ਇਹਦਾ ਸਪੋਰਟਸ ਪਰਸਨ ਨੇ ਕਿੰਨੇ ਭਾਜੀ ਜਿਨ੍ਹਾਂ ਨੂੰ ਪਦਮ ਸ਼੍ਰੀ ਮਿਲੇ ਹੋਏ ਨੇ, ਜਿਨ੍ਹਾਂ ਨੂੰ ਐਡੇ ਐਡੇ ਵੱਡੇ ਅਵਾਰਡ ਮਿਲੇ ਹੋਏ ਨੇ। ਵੈਸੇ ਤੁਹਾਨੂੰ ਲੱਗਦਾ ਹੈ ਕਿ ਜਾਣਾ ਜ਼ਰੂਰੀ ਹੈ? ਸੋਸ਼ਲ ਮੀਡੀਆ ਤੇ ਹਰ ਕੋਈ ਚੱਕ ਕੇ ਸਵਾਲ ਕਰ ਦਿੰਦਾ ਕਿ ਫਲਾਂ ਬੰਦਾ ਕਿੱਥੇ ਹੈ, ਫਲਾਂ ਬੰਦਾ। ਤੁਹਾਨੂੰ ਲੱਗਦਾ ਜਾਣਾ ਜ਼ਰੂਰੀ ਹੈ? ਵੈਸੇ ਭਾਜੀ ਉਹ ਜਿਹੜੇ 10 ਰੁਪਏ ਦਾ ਰੀਚਾਰਜ ਕਰਾ ਕੇ ਜਿਹੜੇ ਸੋਸ਼ਲ ਮੀਡੀਆ ਤੇ ਬਹਿ ਜਾਂਦੇ, ਸ਼ਾਮੀ ਮੁੱਕ ਜਾਂਦਾ, ਸਵੇਰੇ ਫਿਰ ਰੀਚਾਰਜ ਕਰਾਉਂਦੇ, ਜ਼ਿਆਦਾਤਰ ਉਹ ਲੋਕ ਨੇ। ਪਰ ਕਈ ਲੋਕਾਂ ਦੀ ਭਾਵਨਾ ਵੀ ਹੁੰਦੀ, ਉਹਦਾ ਮੈਂ ਸਤਿਕਾਰ ਕਰਦਾ। ਲੋਕੀ ਉਮੀਦ ਕਰਦੇ ਹੁੰਦੇ ਨੇ ਕਿ ਯਾਰ ਸਾਡੇ ਬੰਦੇ ਨੇ, ਇਹਨਾਂ ਨੂੰ ਉੱਥੇ ਜਾਣਾ ਚਾਹੀਦਾ, ਉਹ ਦੇਖਣਾ ਚਾਹੁੰਦੇ ਨੇ ਉੱਥੇ। ਕੋਈ ਮਾੜੀ ਗੱਲ ਨਹੀਂ, ਉਹਨਾਂ ਦੀ ਐਕਸਪੈਕਟੇਸ਼ਨ ਬੁਰੀ ਨਹੀਂ ਹੈ। ਸੋ ਜਿਹੜੇ ਜਾ ਸਕਦੇ ਨੇ ਗਏ ਨੇ,
ਜਿਹੜੇ ਜਾ ਸਕਣਗੇ ਉਹਨਾਂ ਨੇ ਜਾਣਾ ਹੈ, ਜਿਹੜੇ ਨਹੀਂ ਜਾ ਸਕਣਗੇ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਨਾਲ ਨਹੀਂ ਜੁੜੇ ਹੋਏ। ਤੁਸੀਂ ਜਾ ਰਹੇ ਹੋ ਟਾਈਮ ਕੱਢ ਕੇ ਆਉਣ ਵਾਲੇ ਦਿਨਾਂ 'ਚ? ਜੀ ਬਿਲਕੁਲ, ਦੇਖੋ ਮੇਰੀ ਪਰਸਨਲ ਲਾਈਫ ਹੈ, ਮੈਂ ਤੁਹਾਨੂੰ ਅੱਜ ਆਪਣਾ ਸ਼ਡਿਊਲ ਦੱਸ ਕੇ ਜਾਵਾਂ, ਇਹ ਮੈਂ ਬਾਉਂਡ ਨਹੀਂ ਹਾਂ ਉਹਦੇ ਵਾਸਤੇ, ਹੈ ਨਾ। ਮੇਰੀ ਭਾਵਨਾ ਜੇ ਮੈਂ ਤੁਹਾਨੂੰ ਇੱਕ ਆਨਸਰ ਦੇਵਾਂ ਉੱਥੋਂ ਤੁਸੀਂ ਤੋਲਣੀ ਹੈ ਤਾਂ ਤੁਹਾਡਾ ਤਰਾਜੂ ਮੈਨੂੰ ਪਸੰਦ ਨਹੀਂ, ਹੈ ਨਾ। ਇਹ ਤਾਂ ਮੈਂ ਆਪਣੀ ਜ਼ਿੰਦਗੀ ਦੀ ਅਸਲ ਇਹ ਲੋਕਾਂ ਦਾ ਸਵਾਲ ਸੀਗਾ ਕਿ ਫਿਲਹਾਲ ਤੱਕ ਤੁਸੀਂ, ਕਿਉਂਕਿ ਉਹੀ ਗੱਲ ਹੈ ਕਿ ਲੋਕਾਂ ਦੀਆਂ ਆਸ਼ਾਵਾਂ ਹੁੰਦੀਆਂ ਨੇ, ਲੋਕਾਂ ਦੀਆਂ ਆਸ਼ਾਵਾਂ ਹੁੰਦੀਆਂ ਨੇ। ਤੁਸੀਂ ਵੀ ਕਿਸਾਨ ਪਰਿਵਾਰ ਨਾਲ ਜੁੜੇ ਹੋਏ ਹੋ ਤਾਂ ਲੋਕਾਂ ਦੀ ਇੱਕ ਆਸ਼ਾਵਾਂ ਹੁੰਦੀਆਂ ਨੇ। ਦੀ ਆਸ਼ਾ ਦੀ ਰਿਸਪੈਕਟ ਕਰਦਾ, ਔਰ ਅਸੀਂ ਜੇ ਧਰਨਿਆਂ 'ਚ ਨਿਡਰ ਹੋ ਕੇ ਗਏ ਆ ਨਾ, ਔਰ ਜੋ ਬੋਲਣਾ ਸੀ ਉਹ ਬੋਲੇ ਆ ਨਾ, ਤੇ ਫਿਰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ। ਉੱਥੇ ਵੀ ਜੇ ਜਾਣਾ ਤਾਂ ਜਾਣਾ ਹੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਪਰ ਇਹ ਨਹੀਂ ਕਿ ਜਿਹੜੇ 2 3 4 ਚਲੇ ਗਏ ਉਹ ਸਿੰਸੀਅਰ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ। ਮੇਰੇ ਨਿੱਕੇ ਵੀਰ ਨੇ, ਕੁਛ ਉਹਨਾਂ 'ਚੋਂ ਮੇਰੇ ਤੋਂ ਵੱਡੇ ਹੋਣਗੇ, ਉਹਨਾਂ ਨੇ ਆਪਣਾ ਫਰਜ਼ ਨਿਭਾਇਆ, ਉਹ ਸਾਨੂੰ ਰਿਪਰੈਜ਼ੈਂਟ ਹੀ ਕਰ ਰਹੇ ਨੇ। ਕਲਾਕਾਰ ਜੇ ਪੰਜਾਬ ਦੇ ਵਿੱਚ ਜੇ 1500 ਕਲਾਕਾਰ ਇਸ ਵੇਲੇ ਕੰਮ ਕਰ ਰਿਹਾ, ਮੈਂ ਕਹਿੰਦਾ ਐਕਟਿਵ ਕਲਾਕਾਰ ਹੈ, ਜਿਹੜਾ ਫਿਲਮਾਂ 'ਚ ਆਉਂਦਾ ਜਾਂ ਗਾਣੇ ਗਾਉਂਦਾ ਜਾਂ ਮਿਊਜ਼ਿਕ ਡਾਇਰੈਕਟਰ ਹੈ। ਇਹ ਨਹੀਂ ਕਿ ਜੇ 1498 ਚਲੇ ਗਏ ਤੇ 2 ਜਿਹੜੇ ਨੇ ਉਹ ਨਹੀਂ ਕਿਸੇ ਕਾਰਨ ਜਾ ਪਾਏ ਤੇ ਉਹ ਵਾਂਝੇ ਹੋ ਗਏ ਇਸ ਚੀਜ਼ ਤੋਂ। ਵੀ ਇੱਕ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਕਲਾਕਾਰਾਂ ਦੀ ਵੀ ਇੱਕ ਰਿਪਰੈਜ਼ੈਂਟੇਸ਼ਨ ਹੈ, ਇੱਕ ਨੁਮਾਇੰਦਗੀ ਹੁੰਦੀ ਹੈ। ਸਾਡੇ ਕਲਾਕਾਰ ਉੱਥੇ ਪਹੁੰਚ ਗਏ ਤਾਂ ਮਤਲਬ ਸਾਡੀ ਨੁਮਾਇੰਦਗੀ ਕਰ ਰਹੇ ਨੇ ਕਿ ਅਸੀਂ ਸਾਰੀ ਕਲਾਸ ਤੁਹਾਡੇ ਨਾਲ ਹਾਂ। ਅਸੀਂ ਅਖਬਾਰਾਂ 'ਚ ਪ੍ਰੈਸ ਕਾਨਫਰੰਸ ਕਰ ਕਰਕੇ ਦੱਸਿਆ ਕਿ ਅਸੀਂ ਨਿੱਤਰ ਕੇ ਨਿੱਠ ਕੇ ਕਿਸਾਨਾਂ ਦੇ ਨਾਲ ਹਾਂ, ਕਿਸਾਨ ਧਰਨਿਆਂ ਦੇ, ਕਿਸਾਨ ਪ੍ਰੋਟੈਸਟ ਦੇ ਨਾਲ ਹਾਂ। ਔਰ ਮੇਰੇ ਪਰਿਵਾਰ 'ਚੋਂ ਕੌਣ ਕੌਣ ਉੱਥੇ ਬੈਠਾ ਹੈ ਇਹ ਤਾਂ ਮੈਨੂੰ ਪਤਾ ਨਾ। ਜ਼ਰੂਰੀ ਨਹੀਂ ਕਿ ਜੇ ਮੈਂ ਨਹੀਂ ਜਾ ਪਾਇਆ ਤਾਂ ਮੇਰੇ ਪਰਿਵਾਰ 'ਚੋਂ ਕੋਈ ਨਹੀਂ ਗਿਆ, ਹੈ ਨਾ। ਸੋ ਇਹ ਬੜੀਆਂ ਛੋਟੀਆਂ ਗੱਲਾਂ ਨੇ। ਕਿਸਾਨ ਤਾਂ ਜਿਸ ਮੁੱਦੇ ਦੇ ਉੱਤੇ ਖੜਾ ਹੈ, ਮੈਨੂੰ ਲੱਗਦਾ ਕਿ ਅੱਜ ਜਿਹੜਾ ਬੰਦਾ ਕਿਸਾਨ ਨਹੀਂ ਵੀ ਹੈ, ਜਿਹੜਾ ਕਲਾਕਾਰ ਨਹੀਂ ਵੀ ਹੈ, ਭਾਵੇਂ ਉਹ ਰੇਹੜੀ ਲਾ ਰਿਹਾ ਵਿਚਾਰਾ, ਉਹਨਾਂ ਦਾ ਵੀ ਸਾਥ ਹੈ। ਅਸੀਂ ਬਿਲਕੁਲ ਦੀ ਰੇਹੜੀ ਲਾ ਰਿਹਾ ਨਾ, ਉਹ ਗੋਲ ਗੱਪਿਆਂ ਦੀ ਰੇਹੜੀ ਛੱਡ ਕੇ ਤਾਂ ਨਹੀਂ ਜਾ ਸਕਦਾ, ਪਰ ਉਹਦੀ ਆਤਮਾ ਉਸ ਪ੍ਰੋਟੈਸਟ ਦੇ ਵਿੱਚ ਉਹਦੇ ਨਾਲ ਖੜੀ ਹੈ। ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ। ਲੋਕ ਭਾਵੇਂ ਕਿਸਾਨੀ ਦੇ ਨਾਲ ਨਹੀਂ ਵੀ ਜੁੜੇ ਹੋਏ, ਟਰੈਕਟਰ ਮਕੈਨਿਕ ਹੋਣ ਜਾਂ ਕਿਵੇਂ ਵੀ ਹੋਣ, ਲੋਕ ਲਗਾਤਾਰ ਅੱਗੇ ਆ ਰਹੇ ਨੇ। ਕੋਈ ਦਵਾਈਆਂ ਦੀ ਸੇਵਾ ਕਰ ਰਿਹਾ ਹੈ, ਡਾਕਟਰਸ ਅੱਗੇ ਆ ਰਹੇ ਨੇ। ਲਗਾਤਾਰ ਤਸਵੀਰਾਂ ਅਸੀਂ ਦੇਖ ਰਹੇ ਹਾਂ। ਕਿਸਾਨ ਦਾ ਬੇਟਾ ਹੀ ਹੋਵੇ, ਮੰਨ ਲਓ ਕਿਸਾਨ ਉੱਥੇ ਬੈਠਾ ਹੈ, ਜੇ ਕਿਸਾਨ ਦਾ ਬੇਟਾ ਕੈਨੇਡਾ ਸੈਟਲ ਹੈ, ਮੰਨ ਲਓ ਉਹਦੀ ਅਜੇ PR ਨਹੀਂ ਹੋਈ, ਉਹ ਆ ਨਹੀਂ ਸਕਦਾ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਕੈਨੇਡਾ ਕਿਉਂ ਬੈਠਾ ਹੈ। ਜੇ ਐਡਾ ਸੀ ਤਾਂ ਫਿਰ ਆਵੇ ਧਰਨੇ 'ਚ। ਜਾਂ ਕਿਸੇ ਪਰਿਵਾਰ 'ਚੋਂ ਇੱਕ ਵੀ ਨਹੀਂ ਆ ਪਾਇਆ, ਇਹਦਾ ਮਤਲਬ ਜਿੱਦਾਂ NRI ਨੇ, ਉਹ ਅਮਰੀਕਾ ਬੈਠੇ ਨੇ, ਕੈਨੇਡਾ ਬੈਠੇ ਨੇ, ਤੁਸੀਂ NRIਆਂ ਨੂੰ ਕੱਲ੍ਹ ਨੂੰ ਚੈਲੰਜ ਕਰੀ ਜਾਵੇ ਜੇ ਐਡੇ ਸੀ ਤਾਂ ਫਿਰ ਆਉਣਾ ਸੀ, ਇੱਥੇ ਨਹੀਂ ਆ ਸਕਦੇ। ਕੋਵਿਡ ਦਾ ਵੀ ਸਮੱਸਿਆ ਹੈ, ਕਈ ਮਜਬੂਰੀਆਂ ਨੇ। ਨੇ ਕਾਰੋਬਾਰ ਨੇ, ਬੱਚੇ ਛੋਟੇ ਨੇ, ਕਿਸੇ ਦੇ ਬੱਚੇ ਸਕੂਲਾਂ 'ਚ ਜੇ ਉੱਥੇ ਜਾਂਦੇ ਨੇ ਕਿ ਲੋਕ ਨਹੀਂ ਆ ਪਾਉਂਦੇ, ਸਿੰਗਲ ਪੇਰੈਂਟ ਵੀ ਨੇ ਉੱਥੇ ਕਈਆਂ ਦੇ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਜੁੜੇ ਨਹੀਂ ਹੋਏ। ਜੁੜਿਆ ਇਸ ਵੇਲੇ ਪੂਰਾ ਪੰਜਾਬ, ਹਿੰਦੁਸਤਾਨ ਪੂਰਾ ਕਿਸਾਨੀ ਮੁੱਦੇ ਤੇ ਜੁੜਿਆ। ਕੋਈ ਆ ਪਾ ਰਿਹਾ, ਕੋਈ ਨਹੀਂ ਆ ਪਾ ਰਿਹਾ, ਸਾਰੇ ਆਪੋ ਆਪਣਾ ਫਰਜ਼ ਅਦਾ ਕਰ ਰਹੇ ਨੇ। ਗੁਰਪ੍ਰੀਤ ਜੀ, ਤੁਸੀਂ ਸਿਆਸਤ ਨੂੰ ਬਹੁਤ ਨੇੜਿਓਂ ਦੇਖਿਆ, ਭਾਵੇਂ ਹੁਣ ਦੂਰ ਹੋ ਚੁੱਕੇ ਹੋ। ਮੇਰਾ ਇੱਕ ਆਖਰੀ ਸਵਾਲ ਤੁਹਾਨੂੰ ਇਹ ਸੀਗਾ, ਟਵਿੱਟਰ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਵਾਰ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇੱਧਰ ਹਰਿਆਣਾ ਦੇ ਖੱਟਰ ਸਾਹਿਬ ਇੱਕ ਦੂਜੇ ਤੇ ਬਿਆਨਬਾਜ਼ੀ ਕਰ ਰਹੇ ਨੇ ਕਿ ਮੈਂ ਤੈਨੂੰ ਫੋਨ ਕੀਤਾ, ਤੂੰ ਮੈਨੂੰ ਫੋਨ ਕੀਤਾ। ਹੁਣ ਉਸ ਤੋਂ ਬਾਅਦ ਉਹਨਾਂ ਨੇ ਕਾਲ ਡਿਟੇਲਸ ਜਾਰੀ ਕਰ ਦਿੱਤੀਆਂ ਕਿ ਮੈਂ ਤੈਨੂੰ ਇੰਨੀ ਵਾਰੀ ਕਾਲ ਕੀਤਾ ਸੀਗਾ। ਕੋਈ ਰੁੱਸ ਕੇ ਬਹਿ ਗਿਆ, ਕੋਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਭ ਅੰਦੋਲਨ ਦੇ ਵਿੱਚ ਇਹ ਸਾਰਾ ਬਿਆਨਬਾਜ਼ੀ, ਇਸ ਨੈਰੇਟਿਵ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਤਸਵੀਰ ਨੂੰ ਕਿਵੇਂ ਦੇਖਦੇ ਹੋ? ਇਹਨੂੰ ਮੈਂ ਕਹਾਂਗਾ ਗੋਂਗਲੂਆਂ ਤੋਂ ਮਿੱਟੀ ਝਾੜਨਾ, ਲੋਕਾਂ ਨੂੰ ਭਟਕਾ ਦੇਣਾ ਮੁੱਦੇ ਤੋਂ। ਤੁਸੀਂ ਇੱਦਾਂ ਹੀ ਤੁਸੀਂ ਦੇਖੋ, ਨੈਸ਼ਨਲ ਮੀਡੀਆ 'ਤੇ ਵੀ ਬਹੁਤ ਵਾਰੀ ਹੋਇਆ ਕਿ ਜਦੋਂ ਕੋਈ ਮੁੱਦਾ ਵੱਡਾ ਆਉਂਦਾ, ਉਦੋਂ ਕਿਸੇ ਛੋਟੇ ਮੁੱਦੇ ਦੀ ਗੱਲ ਛੇੜ ਕੇ ਸਾਰਾ ਕੁਝ ਉੱਧਰ ਟਿਲਟ ਹੋ ਜਾਂਦਾ ਕਿ ਇਹ ਖਬਰ ਦੇਖੋ ਤੁਸੀਂ, ਹੈ ਨਾ। ਅਤੇ ਉੱਦਾਂ ਹੀ ਮੈਂ ਗੱਲ ਕਰਾਂਗਾ ਕਿ ਜਿੱਦਾਂ ਹੁਣ ਇਹ ਨੈਰੇਟਿਵ ਜਿਹੜਾ ਇਹ ਆ ਰਿਹਾ ਨਾ, ਇਹ ਕਿਤੇ ਨਾ ਕਿਤੇ ਸਕਿਨ ਸੇਵ ਕਰਨ ਵਾਸਤੇ ਹੈ। ਪਰ ਮੈਂ ਸਮਝਦਾ, ਮੈਂ ਜੋ ਮਰਜ਼ੀ ਤੁਸੀਂ ਕਹੋ, ਪਹਿਲਾਂ ਮੈਂ ਅਕਾਲੀਆਂ ਦੀ ਵੀ ਗੱਲ ਕੀਤੀ, ਅੱਜ ਮੈਂ ਕਾਂਗਰਸ ਦੀ ਗਵਰਨਮੈਂਟ ਦੀ ਜੇ ਗੱਲ ਕਰਾਂ, ਅਤੇ ਜੇ ਕਾਂਗਰਸ ਗਵਰਨਮੈਂਟ ਦੀ ਜਿੰਨੀ ਮਰਜ਼ੀ ਇਹਦੇ ਵਿੱਚ ਪਤਾ ਨਹੀਂ ਵਡਿਆਈ ਹੋਈ ਹੋਵੇ, ਨਿੰਦਾ ਹੋਈ ਹੋਵੇ, ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਪਰ ਮੈਨੂੰ ਇਸ ਗੱਲ 'ਤੇ ਸੰਤੁਸ਼ਟੀ ਹੈ ਕਿ ਕਿਸਾਨਾਂ ਦਾ ਜਦੋਂ ਪ੍ਰੋਟੈਸਟ ਜਾ ਰਿਹਾ ਸੀ, ਕਿਸਾਨਾਂ ਦਾ ਜਦੋਂ ਐਡਾ ਆਪਣਾ ਹਜੂਮ ਜਦੋਂ ਲੰਘਿਆ, ਉਦੋਂ ਕਿਤੇ ਨਾ ਕਿਤੇ ਕਿਸਾਨ ਦੀ ਤਕਲੀਫ ਨੂੰ ਪੰਜਾਬ ਸਰਕਾਰ ਨੇ ਸਮਝਿਆ। ਔਰ ਕਿਸਾਨ ਇਸ ਗੱਲੋਂ ਸੈਟੀਸਫਾਈਡ ਹੈ ਕਿ ਆਪਣੀ ਇਸ ਪੰਜਾਬ ਦੀ ਗਵਰਨਮੈਂਟ ਵੱਲੋਂ ਕੋਈ ਦਿੱਕਤ ਨਹੀਂ ਆਈ। ਹਰਿਆਣਾ ਵੱਲੋਂ ਸਿੱਧੇ ਤੌਰ ਤੇ ਵਿਰੋਧ ਕੀਤਾ ਗਿਆ, ਖੁੱਲ੍ਹ ਕੇ ਵਿਰੋਧ ਕੀਤਾ ਗਿਆ ਕਿ ਅਸੀਂ ਜਾਣ ਨਹੀਂ ਦੇਣਾ। ਉਹ ਗੱਲ ਵੱਖਰੀ ਹੈ ਕਿ ਕਿਸਾਨ ਸਾਰੇ ਬੈਰੀਕੇਡ ਤੋੜਦੇ ਹੋਏ ਸਿੱਧਾ ਦਿੱਲੀ ਦੇ ਮੱਥੇ ਜਾ ਕੇ ਲੱਗੇ ਨੇ। ਬਿਲਕੁਲ ਉਹ ਗੱਲ ਹੈ ਕਿ ਪੰਜਾਬ ਵੱਲੋਂ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ। ਕਿਸਾਨ ਨੂੰ ਇੱਕ ਤਰ੍ਹਾਂ ਦੀ ਮੋਰਲ ਸਪੋਰਟ ਹੀ ਸੀਗੀ ਕਿ ਜੇ ਪੰਜਾਬ ਦੀ ਗੱਲ ਜੇ ਕਿਸਾਨ ਦਿੱਲੀ ਜਾ ਕੇ ਕਰਨਾ ਚਾਹੁੰਦਾ ਤੇ ਗਵਰਨਮੈਂਟ ਨੇ ਕੋਈ ਹਰਡਲ ਉਹਦੇ ਲਈ ਖੜੀ ਨਹੀਂ ਕੀਤੀ, ਤਕਲੀਫ ਨਹੀਂ ਦਿੱਤੀ। ਔਰ ਕਈ ਮੁੱਦਿਆਂ ਨੂੰ ਬੜੇ ਤਰੀਕੇ ਨਾਲ ਇਹਨਾਂ ਨੇ ਸੁਲਝਾਇਆ, ਕਿਉਂਕਿ ਕਿਤੇ ਨਾ ਕਿਤੇ ਕੇਂਦਰ ਇਹ ਵੀ ਚਾਹੁੰਦਾ ਹੋਏਗਾ, ਜੋ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਇੱਕ ਵਾਰੀ ਕਵੇ ਕਿ ਅਸੀਂ ਇਹਨਾਂ ਬਿੱਲਾਂ ਨੂੰ ਨਾ ਮਨਜ਼ੂਰ ਕਰ
ਕਰਦੇ ਹਾਂ, ਪੰਜਾਬ 'ਚ ਲਾਗੂ ਨਹੀਂ ਹੋਣਗੇ, ਉਸੇ ਵੇਲੇ ਇਹਨੂੰ ਆਪਾਤਕਾਲੀਨ ਸਥਿਤੀ ਦਾ ਨਾਂ ਦੇ ਕੇ ਇੱਥੇ ਆਰਮੀ ਭੇਜ ਕੇ ਇੱਥੇ ਗਵਰਨਮੈਂਟ ਖਤਮ ਕਰਕੇ ਆਰਮੀ ਮਤਲਬ ਰਾਸ਼ਟਰਪਤੀ ਰਾਜ ਲਾਗੂ ਕਰਕੇ ਆਪਣੀ ਮਰਜ਼ੀ ਨਾਲ ਇਲੈਕਸ਼ਨ ਕਰਾਏ ਜਾ ਸਕਦੇ ਸੀ। ਸੋ ਉਹ ਮੁੱਦੇ ਨੂੰ ਵੀ ਕਈ ਲੋਕਾਂ ਨੇ ਕੈਪਟਨ ਸਰਕਾਰ ਨੂੰ ਨਿੰਦਿਆ, ਕਈਆਂ ਨੇ ਤਾਰੀਫ ਕੀਤੀ, ਪਰ ਉਹ ਜਿਹੜਾ ਵਿਚਲਾ ਰਸਤਾ ਸੀ ਕਿ ਨਵੇਂ ਆਪਣੇ ਪ੍ਰਪੋਜ਼ਲ ਦੇਣੇ ਕਿ ਆਹ ਬਿੱਲ ਹੋ ਸਕਦੇ ਨੇ, ਸੋਧਾਂ ਦੱਸਣੀਆਂ, ਇੱਕ ਵਿਚਲਾ ਰਸਤਾ ਸੀ, ਹੋਵੇ ਨਾ ਹੋਵੇ, ਪਰ ਸਿਚੁਏਸ਼ਨ ਨੂੰ ਗਵਰਨਮੈਂਟ ਨੇ ਵਧੀਆ ਤਰੀਕੇ ਨਾਲ ਉਦੋਂ ਟੈਕਲ ਕਰ ਲਿਆ, ਟਾਲ ਲਿਆ ਕਹਿ ਲਓ। ਪਰ ਵੈਸੇ ਫਿਰ ਵੀ ਕਿਸਾਨ ਤਾਂ ਸਿਆਸਤਦਾਨਾਂ ਦਾ ਲਗਾਤਾਰ ਵਿਰੋਧ ਹੀ ਕਰ ਰਹੇ ਨੇ। ਦਿੱਲੀ ਦੇ ਵਿੱਚ ਕਿਸੇ ਪਾਰਟੀ ਦਾ ਕੋਈ ਵੀ ਸਿਆਸਤਦਾਨ ਜਾਵੇ, ਉਹ ਜਾ ਹੀ ਨਹੀਂ, ਆਣੇ ਨਹੀਂ ਦੇ ਰਹੇ ਕਿਸਾਨ। ਇਹ ਹੁੰਦਾ ਰਹੇਗਾ ਕਿਉਂਕਿ ਸਿਆਸਤਦਾਨਾਂ ਨਾਲ ਤਜਰਬਾ ਕਿਸਾਨਾਂ ਦਾ ਕਿਸੇ ਦਾ ਵੀ ਬਹੁਤਾ ਵਧੀਆ ਨਹੀਂ ਰਿਹਾ, ਕਿਉਂਕਿ ਸਿਆਸਤਦਾਨਾਂ ਨੇ ਕਦੀ ਬਹੁਤ ਵੱਡੀ ਸਿੰਸੈਰਿਟੀ ਜਿਹੜੀ ਹੈ ਉਹ ਕਿਸੇ ਮੁੱਦੇ ਤੇ ਕਿਸੇ ਨਾਲ ਕਦੇ ਦਿਖਾਈ ਨਹੀਂ, ਤਾਂ ਉਹ ਵਿਸ਼ਵਾਸ ਨਹੀਂ ਬਣ ਪਾ ਰਿਹਾ। ਪਰ ਮੈਂ ਅੱਜ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਬਹੁਤ ਸਾਰੇ ਕਿਸਾਨ, ਬਹੁਤ ਸਾਰੇ ਸਿਆਸਤਦਾਨ ਪੰਜਾਬ 'ਚ, ਉਹ ਕਿਸੇ ਪਾਰਟੀ ਦੇ ਹੋਣ, ਭਾਵੇਂ ਸ਼੍ਰੋਮਣੀ ਅਕਾਲੀ ਦਲ, ਭਾਵੇਂ ਆਮ ਆਦਮੀ ਪਾਰਟੀ, ਭਾਵੇਂ ਤੁਸੀਂ ਕਾਂਗਰਸ ਦੀ ਗੱਲ ਕਰ ਲਓ, ਬਹੁਤ ਸਾਰੇ ਸਿਆਸਤਦਾਨ ਐਸੇ ਹੋਣਗੇ ਜਿਹੜੇ ਅੱਜ ਦਿਲੋਂ ਕਿਸਾਨ ਦੇ ਨਾਲ ਹੋਣਗੇ, ਚਾਹੁੰਦੇ ਹੋਣਗੇ ਕਿਸਾਨ ਦੇ ਨਾਲ ਖੜੇ ਹੋਈਏ, ਜਾਈਏ, ਪਰ ਸਿਆਸਤਦਾਨ ਆਪਣਾ ਵਿਸ਼ਵਾਸ ਨਹੀਂ ਬਣਾ ਪਾਇਆ ਕਿ ਸਿਆਸਤਦਾਨ 'ਤੇ ਟਰਸਟ ਹੀ ਨਹੀਂ ਹੈਗਾ ਕਿਸੇ ਨੂੰ। ਇਸ ਕਰਕੇ ਸਿਆਸਤਦਾਨਾਂ ਨੂੰ ਇਹਨਾਂ ਮੋਰਚਿਆਂ ਤੋਂ, ਇਸ ਮਿਸ਼ਨ ਤੋਂ ਦੂਰ ਰੱਖਿਆ ਜਾ ਰਿਹਾ। ਪਰ ਇਹ ਕਿਸਾਨੀ ਡੈਫੀਨੇਟਲੀ ਇੱਕ ਐਸਾ ਮੁੱਦਾ ਹੈ ਜਿਹਦੇ 'ਚ ਬਹੁਤ ਸਾਰੇ ਲੋਕ ਦਿਲੋਂ ਵੀ ਜੁੜੇ ਹੋਣਗੇ, ਪਰ ਉਹ ਜਾ ਨਹੀਂ ਸਕਦੇ, ਉਹਨਾਂ ਲਈ ਸ਼ਾਇਦ ਰਸਤੇ ਹੀ ਨਹੀਂ। ਵੈਸੇ ਦਿੱਲੀ 'ਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਅਸੀਂ ਕਿਸਾਨ ਸਾਡੇ ਕੋਲ ਆਏ ਨੇ, ਮਹਿਮਾਨ ਨਵਾਜ਼ੀ ਕਰਾਂਗੇ, ਖਿਆਲ ਰੱਖਾਂਗੇ। ਉਹਨੂੰ ਲੱਗਿਆ ਉਹ ਵੀ ਟਰਸਟ ਬਿਲਡ ਕਰਨ ਦੀ ਕੋਸ਼ਿਸ਼ ਹੈ, ਆਉਣ ਵਾਲੀਆਂ ਚੋਣਾਂ ਦੇ ਲਈ ਆਪਣਾ ਬੇਸ ਤਿਆਰ ਕਰ ਰਹੀ ਹੈ ਪਾਰਟੀ, ਪੁਰਾਣੇ ਸਾਥੀ ਨੇ। ਇਹਨੂੰ ਮੈਂ ਬੜਾ ਸਮਾਰਟ ਮੂਵ ਸਮਝਦਾ। 3 ਮਹੀਨੇ ਤੋਂ ਇਹ ਚੱਲ ਰਿਹਾ ਮੁੱਦਾ, ਤੇ ਜਿਹੜੇ ਅੱਜ ਸਵਾਗਤ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰਦੇ ਨੇ ਆਪਣੀ ਸਰਕਾਰ ਬਣਾਉਣ ਦੀ, ਤੇ ਕਦੋਂ ਆਏ ਇੱਥੇ? ਇੱਕ ਵਾਰੀ ਆ ਕੇ ਇਸ ਮੁੱਦੇ ਤੇ ਖੜੇ ਨਹੀਂ ਹੋਏ। ਕੇਜਰੀਵਾਲ ਇੱਕ ਵਾਰ ਵੀ ਨਹੀਂ ਆਇਆ, ਅਦਰਵਾਈਜ਼ ਭਗਵੰਤ ਮਾਨ ਦੀ ਸਪੋਰਟ ਕਰਨ ਦੇ ਲਈ ਰੈਲੀਆਂ ਦੇ ਲਈ ਤਾਂ ਆਏ ਸੀਗੇ, ਬਟ ਕਿਸਾਨੀ ਮੁੱਦੇ ਦੇ ਵਿੱਚ ਤਾਂ ਗੈਰ ਹਾਜ਼ਰ ਰਹੇ। ਮੈਂ ਕਹਿੰਦਾ ਤੁਸੀਂ ਕੇਜਰੀਵਾਲ ਨੂੰ ਛੱਡੋ ਜੀ, ਕੋਈ ਹੋਰ ਵੱਡਾ ਉਹਨਾਂ ਦਾ, ਵੈਸੇ ਵੱਡਾ ਲੀਡਰ ਉਹਨਾਂ ਕਦੇ ਕੋਈ ਪੈਦਾ ਨਹੀਂ ਹੋਣ ਦਿੱਤਾ। ਆਮ ਆਦਮੀ ਪਾਰਟੀ ਕੇਜਰੀਵਾਲ ਐਂਡ ਕੇਜਰੀਵਾਲ ਐਂਡ ਕੇਜਰੀਵਾਲ ਹੀ ਆ। ਤੁਹਾਨੂੰ ਵੀ, ਤੁਹਾਡੇ ਨਾਲ ਵੀ ਕੁਝ ਉਦਾਂ ਹੀ ਹੋਇਆ? ਮੇਰੇ ਨਾਲ ਨਹੀਂ, ਮੇਰੇ ਤੋਂ ਬੜੇ ਬੜੇ ਵੱਡੇ, ਫੂਲਕਾ ਸਾਹਿਬ, ਸੁਖਪਾਲ ਖਹਿਰਾ, ਗਾਂਧੀ ਸਾਹਿਬ, ਧਰਮਵੀਰ ਗਾਂਧੀ ਸਾਹਿਬ, ਬੜੇ ਬੜੇ ਵੱਡੇ ਲੀਡਰ ਹੋਏ ਨੇ। ਮੈਂ ਤਾਂ ਕਿੱਥੋਂ ਦਾ ਪਾਣੀ ਹਾਰਾਂ, ਮੈਂ ਨਾ, ਮੇਰੀ ਤਾਂ ਕੋਈ ਪੋਲੀਟੀਕਲ ਹਸਤੀ ਨਹੀਂ ਉਹਨਾਂ ਦੇ ਸਾਹਮਣੇ। ਪਰ ਮੈਂ ਕਹਿ ਰਿਹਾ ਕਿ ਉਹਨਾਂ ਨੇ ਕੋਈ ਲੀਡਰ ਹੀ ਨਹੀਂ ਪੈਦਾ ਹੋਣ ਦਿੱਤਾ। ਪਰ ਜੇ ਤੁਸੀਂ ਇਕੱਲੇ ਹੀ ਲੀਡਰ ਹੋ, ਫਿਰ ਘੱਟੋ ਘੱਟ ਤੁਸੀਂ ਤਾਂ ਆ ਕੇ ਖੜੇ ਹੋਵੋ ਨਾ ਕਿਸਾਨੀ ਦੇ ਨਾਲ। ਜੇ ਤੁਹਾਨੂੰ ਕਿਸਾਨੀ ਦਾ ਦਰਦ ਹੈ, ਇੱਕ ਵਾਰੀ ਆ ਕੇ ਕਿਸਾਨਾਂ ਦੇ ਨਾਲ ਜ਼ਰੂਰ ਖੜੇ ਹੋਣਾ ਚਾਹੀਦਾ ਸੀ। ਹੁਣ ਜਦੋਂ ਕੋਈ ਚਾਰਾ ਹੀ ਨਹੀਂ, ਜਿਹੜਾ ਬੰਦਾ ਦਿੱਲੀ 'ਚ ਵਾੜੀ ਚੱਲਿਆ, ਉਹਨੂੰ ਕਿੱਦਾਂ ਕਹੋਗੇ ਸਵਾਗਤ ਹੈ? ਉਹ ਤਾਂ ਫਿਰ ਸਵਾਗਤ ਤਾਂ ਹੋ ਗਿਆ, ਨਾ ਕਰੋ ਤਾਂ ਵੀ ਸਵਾਗਤ ਹੀ ਹੈ। ਉਹ ਤਾਂ ਆ ਗਏ, ਹੁਣ ਤਾਂ ਤੁਹਾਡੇ ਸਾਹਮਣੇ ਬੈਠੇ ਨੇ, ਹੈ ਨਾ ਜੀ। ਉਹ ਜਦੋਂ ਕੋਈ ਬੰਦਾ ਡੋਰ ਖੋਲ੍ਹ ਕੇ ਤੁਹਾਡੇ ਘਰ ਦੇ ਅੰਦਰ ਸੋਫੇ 'ਤੇ ਆ ਕੇ ਬਹਿ ਗਿਆ, ਤੁਸੀਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ, ਆ ਜਾਓ ਆ ਜਾਓ ਅੰਦਰ ਆ ਜਾਓ, ਕਹਿੰਦਾ ਆ ਗਿਆ, ਮੈਂ ਤਾਂ ਬਹਿ ਗਿਆ ਅੰਦਰ ਆ ਕੇ। ਸੋ ਸਵਾਗਤ ਦੀ ਕੋਈ ਐਡੀ ਅਹਿਮੀਅਤ ਨਹੀਂ ਹੈਗੀ। ਸਵਾਗਤ ਦੀ ਅਹਿਮੀਅਤ ਸੀ ਜੇ ਦਿੱਲੀ ਦੇ ਡੋਰ 'ਤੇ ਖੜੇ ਹੁੰਦੇ, ਸਿੰਘੂ ਬਾਰਡਰ 'ਤੇ ਜੇ ਪੁਲਿਸ ਫੋਰਸ ਖੜੀ ਸੀ ਤੇ ਇਹਨਾਂ ਦੀ ਵੀ ਆਪਣੀ ਫੋਰਸ, ਮਤਲਬ ਪਾਰਟੀ ਖੜੀ ਹੁੰਦੀ, ਖੜੇ ਹੁੰਦੇ, ਵੋਲੰਟੀਅਰ ਖੜੇ ਹੁੰਦੇ, ਸਵਾਗਤ ਕਰਦੇ। ਇਹਨਾਂ ਦੀਆਂ ਜ਼ਰੂਰਤਾਂ ਉੱਥੇ ਦੱਸੋ ਤੁਹਾਨੂੰ ਕੀ ਚਾਹੀਦਾ। ਜਦੋਂ ਜਾਂਦੇ ਕਿਸਾਨ ਨੇ ਅਜੇ ਸੈਟਅਪ ਨਹੀਂ ਸੀ ਲਾਏ ਆਪਣੇ, ਅਜੇ ਟੈਂਟ ਨਹੀਂ ਸੀ ਲੱਗੇ, ਰੋਟੀਆਂ ਦੇ ਚੁੱਲ੍ਹੇ ਨਹੀਂ ਸੀ ਅਜੇ ਬਲੇ, ਉਦੋਂ ਉੱਥੇ ਦਿੱਲੀ ਸਰਕਾਰ ਲੰਗਰ ਲੈ ਕੇ ਖੜੀ ਹੁੰਦੀ, ਦਵਾਈਆਂ ਦੀਆਂ ਸਹੂਲਤਾਂ, ਐਂਬੂਲੈਂਸਾਂ ਖੜੀਆਂ ਹੁੰਦੀਆਂ, ਤਾਂ ਅਸੀਂ ਵੀ ਸਵਾਗਤ ਕੀਤਾ। ਹੁਣ ਜਦੋਂ ਅੰਦਰ ਵੜ ਗਏ ਫਿਰ ਤਾਂ ਸਵਾਗਤ ਹੀ ਹੈ ਨਾ ਜੀ। ਵੈਸੇ ਗੱਲ ਥੋੜੀ ਜਿਹੀ ਸਿਆਸੀ ਤੌਰ ਪਈ, ਆਮ ਆਦਮੀ ਪਾਰਟੀ ਤੋਂ ਬਾਅਦ ਕਿਸੇ ਹੋਰ ਨੇ ਨਹੀਂ ਕਿਹਾ ਕਿ ਜੋ ਉੱਧਰ ਗੱਲ ਨਹੀਂ ਬਣੀ, ਹੁਣ ਦੁਬਾਰਾ ਚੋਣਾਂ ਨੇ, ਜਾਂ ਹੁਣ ਸਾਡੇ ਵੱਲ ਆ ਜਾਓ, ਇੱਕ ਨਵਾਂ ਫਰੰਟ ਬਣਾਉਣ ਦੀ ਕੋਸ਼ਿਸ਼ ਕਰਦੇ ਆ? ਹੁਣ ਕਿਸਾਨੀ ਅੰਦੋਲਨ ਦੇ ਦੌਰਾਨ ਕਿਸੇ ਨੇ ਅਪਰੋਚ ਨਹੀਂ ਕੀਤਾ? ਭਾਜੀ ਕਿਸਾਨੀ ਅੰਦੋਲਨ ਤਾਂ ਹੁਣ ਸ਼ੁਰੂ ਹੋਇਆ। ਮੈਨੂੰ ਤਾਂ ਜਦੋਂ ਮੈਂ ਆਮ ਆਦਮੀ ਪਾਰਟੀ ਨਹੀਂ ਸੀ ਜੁਆਇਨ ਕੀਤੀ, ਉਦੋਂ ਵੀ ਕਹਿੰਦੇ ਸੀ, ਅਜੇ ਬਾਅਦ ਵਿੱਚ ਵੀ ਕਹਿੰਦੇ ਨੇ, ਉਸ ਤੋਂ ਬਾਅਦ ਵੀ ਕਹਿੰਦੇ ਨੇ, ਅੱਜ ਤੱਕ ਵੀ ਕਹਿੰਦੇ ਨੇ ਜੀ। ਕਿਉਂਕਿ ਭਾਜੀ ਪੋਲੀਟੀਕਲ ਪਾਰਟੀਜ਼ ਨੂੰ ਬੰਦੇ ਚਾਹੀਦੇ ਹੁੰਦੇ ਆ ਨਾਲ, ਔਰ ਜਿਹੜੇ ਬੰਦੇ ਦੀ ਗੱਲ ਸੁਣੀ ਜਾਂਦੀ ਹੋਵੇ ਜਾਂ ਉਹ ਬੰਦੇ ਨੂੰ ਕੋਈ ਗੱਲ ਕਹਿਣੀ ਆਉਂਦੀ ਹੋਵੇ, ਹਰ ਪਾਰਟੀ ਚਾਹੁੰਦੀ ਸਾਡੇ ਕੋਲ ਆਵੇ। ਮੈਂ ਕਿਉਂ ਕਹਾਂ ਕੋਈ ਅਪਰੋਚ ਨਹੀਂ ਕਰਦਾ? ਬਿਲਕੁਲ ਕਰਦੇ ਨੇ ਜੀ। ਮੇਰਾ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਵੀ ਹਰ ਪਾਰਟੀ ਨੇ ਆਪਣਾ ਇੱਕ ਇਨਵੀਟੇਸ਼ਨ ਦਿੱਤਾ ਸੀ ਆਪਣੀਆਂ। ਉਹਦੇ 'ਚ ਮੇਰੇ ਲਈ ਕੀ ਉਹਦੇ 'ਚ ਪੋਸੀਬਿਲਿਟੀਜ਼ ਨੇ ਮੈਨੂੰ ਉਹ ਵੀ ਪਤਾ ਸੀ, ਪਰ ਮੈਂ ਆਪਣੀ ਦੁਨੀਆ ਛੱਡ ਕੇ, ਆਪਣੀ ਫਿਲਮ ਲਾਈਨ ਛੱਡ ਕੇ ਇਸ ਲਈ ਆਇਆ ਸੀ ਕਿ ਸ਼ਾਇਦ ਇੱਕ ਨਵੀਂ ਚੀਜ਼ ਆਈ ਹੈ, ਪੰਜਾਬ ਲਈ ਕੁਝ ਬਿਹਤਰ ਕਰਨਾ ਚਾਹੁੰਦੇ ਆ। ਮੈਂ ਨਿੰਦਦਾ ਨਹੀਂ, ਭੰਡਦਾ ਨਹੀਂ, ਜਿਹਦਾ ਜਿੱਦਾਂ ਤਜਰਬਾ ਹੁੰਦਾ ਜਾਂਦਾ ਉਹ ਆਪਣੇ ਆਪ ਅੰਦਾਜ਼ੇ ਲਾਉਂਦਾ ਜਾਵੇ। ਪਰ ਮੈਨੂੰ ਲੱਗਦਾ ਕਿ ਉਹ ਜ਼ਿੰਦਗੀ ਦਾ ਇੱਕ ਓਨਾ ਕੁ ਟਾਈਮ ਜਿਹੜਾ ਸੀ ਉਹ ਮੇਰਾ ਕਾਫੀ ਖਰਾਬ ਹੋਇਆ। ਜੋ ਮਿਸ਼ਨ ਸੀ ਉਹ ਮਿਸ਼ਨ ਕਿਤੇ ਮੈਨੂੰ ਉਹਦੇ 'ਚ ਨਜ਼ਰ ਨਹੀਂ ਆਇਆ। ਆਪਣੇ ਗੋਲ ਸੈੱਟ ਨੇ ਸਾਰੇ, ਉੱਥੇ ਹੀ ਪਹੁੰਚਣਾ। ਦੁਬਾਰਾ ਵਾਪਸੀ ਦਾ ਕੋਈ ਇਰਾਦਾ ਸਿਆਸਤ ਦੇ ਵਿੱਚ? ਭਾਜੀ ਸਿਆਸਤਦਾਨ ਅਸੀਂ ਸਾਰੇ ਹੀ ਹਾਂ। ਤੁਸੀਂ ਜੇ ਇਲੈਕਸ਼ਨ ਨਹੀਂ ਲੜਦੇ, ਤੁਸੀਂ ਵੋਟ ਤਾਂ ਪਾਉਂਦੇ ਹੋ ਨਾ, ਕਿ ਨਹੀਂ ਪਾਉਂਦੇ? ਜੇ ਨਹੀਂ ਪਾਉਂਦੇ ਤਾਂ ਬੜੀ ਮਾੜੀ ਗੱਲ ਹੈ। ਤੁਸੀਂ 18 ਸਾਲ ਤੋਂ ਬਾਅਦ ਅਗਰ ਵੋਟ ਦਾ ਇਸਤੇਮਾਲ ਨਹੀਂ ਕਰ ਰਹੇ
ਤਾਂ ਫਿਰ ਤੁਸੀਂ ਗਲਤ ਕਰ ਰਹੇ ਹੋ। ਜੇ ਤੁਸੀਂ ਵੋਟ ਪਾਉਂਦੇ ਹੋ ਕਿਸੇ ਨੂੰ, ਇਹਦਾ ਮਤਲਬ ਤੁਹਾਡਾ ਬੈਂਟ ਆਫ ਮਾਈਂਡ ਕਿਸੇ ਪਾਰਟੀ ਵੱਲ ਤਾਂ ਹੈਗਾ ਨਾ। ਤੁਸੀਂ ਕਿਸੇ ਦੀ ਵਿਚਾਰਧਾਰਾ ਨੂੰ ਫੋਲੋ ਤਾਂ ਕਰਦੇ ਹੀ ਹੋ, ਤੁਸੀਂ ਸਿਆਸੀ ਨੌਲੇਜ ਰੱਖਦੇ ਹੋ ਕਿਤੇ ਨਾ ਕਿਤੇ। ਬਿਲਕੁਲ ਇਦਾਂ ਹੀ ਮੈਂ ਅੱਜ ਵੋਟ ਪਾਣਾ ਤੇ ਕਿਸੇ ਪਾਰਟੀ ਨੂੰ ਪਾਣਾ ਨਾ, ਮੇਰਾ ਵੀ ਬੈਂਟ ਆਫ ਮਾਈਂਡ ਕਿਤੇ ਤਾਂ ਹੋਏਗਾ ਹੀ, ਜਾਂ ਸਿਚੁਏਸ਼ਨ ਮੁਤਾਬਕ ਮੈਨੂੰ ਜਿਹੜਾ ਠੀਕ ਲੱਗਦਾ ਉਦੋਂ ਮੈਂ ਆਪਣੀ ਵੋਟ ਉਹਨੂੰ ਪਾ ਦਿੰਦਾ। ਤੇ ਜੇ ਕੱਲ ਨੂੰ ਮੇਰਾ ਕਦੇ ਪੋਲੀਟੀਕਲ ਮਾਈਂਡ ਸੈਟਅਪ ਬਣਦਾ ਤੇ ਮੈਨੂੰ ਲੱਗੇਗਾ ਕਿ ਅਗਰ ਕੋਈ ਅੱਛਾ ਕੰਮ ਕਿਸੇ ਅੱਛੇ ਗਰੁੱਪ ਨਾਲ ਰਲ ਕੇ ਕੀਤਾ ਜਾ ਸਕਦਾ ਤੇ ਮੈਂ ਕੋਈ ਬਾਉਂਡ ਥੋੜੀ ਹੈ ਕਿ ਮੈਂ ਪੋਲੀਟਿਕਸ ਜੁਆਇਨ ਨਹੀਂ ਕਰ ਸਕਦਾ। ਯੈਸ ਆਫ ਕੋਰਸ ਪੋਲੀਟਿਕਸ ਇਜ਼ ਅ ਵੈਰੀ ਗੁੱਡ ਥਿੰਗ, ਬਟ ਇਟ ਇਜ਼ ਕੈਪਚਰਡ ਬਾਏ ਦਾ ਬੈਡ ਪੀਪਲ। ਜ਼ਿਆਦਾਤਰ ਬੁਰੇ ਲੋਕ ਇਹਦੇ ਵਿੱਚ ਇਹਨੂੰ ਕੈਪਚਰ ਕਰਕੇ ਬੈਠੇ ਹੋਏ ਸੀ। ਹੁਣ ਨਵੇਂ ਲੋਕ ਆ ਰਹੇ ਨੇ, ਯੂਥ ਵੀ ਆ ਰਿਹਾ ਇਹਦੇ ਵਿੱਚ। ਵੈਸੇ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਨੌਜਵਾਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਿਆਸੀ ਚੇਤਨਾ ਆਈ ਹੈ। ਨੌਜਵਾਨ ਬਹੁਤ ਜ਼ਿਆਦਾ ਉੱਠ ਕੇ ਅੱਗੇ ਆ ਰਹੇ, ਜਿਨ੍ਹਾਂ ਨੂੰ ਕਦੇ ਨਸ਼ੇੜੀ ਕਿਹਾ ਗਿਆ, ਕਦੇ ਡਰਗ ਐਡਿਕਟ ਕਿਹਾ ਗਿਆ। ਸਭ ਤੋਂ ਜ਼ਿਆਦਾ ਨੌਜਵਾਨ ਹੀ ਇਸ ਅੰਦੋਲਨ ਦੇ ਵਿੱਚ ਨਿਕਲ ਕੇ ਸਾਹਮਣੇ ਆਏ ਨੇ, ਭਾਵੇਂ ਪੰਜਾਬ ਦੇ ਹੋਣ, ਹਰਿਆਣਾ ਦੇ ਹੋਣ। ਨਵਦੀਪ ਦੀ ਤਸਵੀਰ ਅਸੀਂ ਸਾਰਿਆਂ ਨੇ ਦੇਖੀ, ਕਿਸ ਤਰੀਕੇ ਦੇ ਨਾਲ ਉਸ ਮੁੰਡੇ ਨੇ ਵਾਟਰ ਕਰਨ ਦਾ ਮੂੰਹ ਮੋੜ ਦਿੱਤਾ। ਨੌਜਵਾਨ ਬਹੁਤ ਜ਼ਿਆਦਾ ਨਿਕਲ ਕੇ ਸਾਹਮਣੇ ਆਏ ਨੇ। ਇਸੇ ਪੁਆਇੰਟ ਤੇ ਮੈਂ ਆ ਰਿਹਾ ਸੀ ਕਿ ਸਿਆਸਤ ਦਾ ਰੂਪ ਹੁਣ ਬਦਲ ਰਿਹਾ। ਭਾਵੇਂ ਆਮ ਆਦਮੀ ਪਾਰਟੀ 'ਚ ਮੇਰਾ ਤਜਰਬਾ ਬਹੁਤਾ ਵਧੀਆ ਨਹੀਂ ਹੋਇਆ, ਪਰ ਮੈਂ ਅੱਜ ਵੀ ਕਹਾਂਗਾ ਕਿ ਆਮ ਆਦਮੀ ਪਾਰਟੀ 'ਚ ਕੁਝ ਨਵੇਂ ਬੰਦੇ ਮੈਨੂੰ ਐਸੇ ਮਿਲੇ, ਮੈਨੂੰ ਯੂਥ ਮਿਲਿਆ ਜਿਨ੍ਹਾਂ ਦੇ ਵਿੱਚ ਪੋਟੈਂਸ਼ੀਅਲ ਹੈ, ਜਿਨ੍ਹਾਂ ਦੇ ਵਿੱਚ ਕੰਮ ਕਰਨ ਦੀ ਅੱਗ ਹੈ। ਅੱਜ ਵੀ ਉਹ ਬੰਦੇ ਪਾਰਟੀ 'ਚ ਨੇ, ਮੈਂ ਸਵਾਗਤ ਕਰਦਾ। ਮੈਂ ਨਾਮ ਲੈ ਦਿੰਦਾ ਜੀ, ਹਿੰਮਤ ਸਿੰਘ ਸ਼ੇਰਗਿੱਲ ਮੈਨੂੰ ਇੱਕ ਜ਼ਿੰਦਗੀ 'ਚ ਐਸਾ ਬੰਦਾ ਮਿਲਿਆ, ਉਹ ਅੱਜ ਵੀ ਪਾਰਟੀ ਦਾ ਹਿੱਸਾ ਹੈ। ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦਾ ਤੇ ਮੈਂ ਉਹਦਾ ਨਾਂ ਨਹੀਂ ਲੈਣਾ। ਹਿੰਮਤ ਸਿੰਘ ਸ਼ੇਰਗਿੱਲ ਇੱਕ ਇੰਨਾ ਡੈਡੀਕੇਟਿਡ ਪੰਜਾਬੀ ਹੈ, ਪਾਰਟੀ ਨੂੰ ਇੰਨਾ ਲੋਇਲ ਹੈ। ਤੇ ਇੱਦਾਂ ਦੇ ਹੋਰ ਵੀ ਕੁਝ ਬੰਦੇ ਨੇ ਮੈਨੂੰ ਚੰਗੇ ਲੱਗੇ। ਕਿਸੇ ਪਾਰਟੀ 'ਚ ਵੀ ਹੋ ਸਕਦੇ ਚੰਗੇ ਬੰਦੇ। ਸੋ ਮੈਂ ਚਾਹਾਂਗਾ ਕਿ ਚੰਗੇ ਬੰਦੇ ਅੱਗੇ ਆਉਣ, ਯੂਥ ਅੱਗੇ ਆਵੇ, ਅੱਛਾ ਇੱਕ ਸਿਆਸੀ ਮਾਹੌਲ ਬਣੇ। ਜਿੱਦਣ ਕਿਸੇ ਵੀ ਸਟੇਟ ਦਾ ਜਾਂ ਕਿਸੇ ਵੀ ਕੰਟਰੀ ਦਾ ਭਲਾ ਕਰਨਾ, ਉਹ ਫਾਈਨਲੀ ਸਿਆਸਤ ਨੇ ਹੀ ਭਲਾ ਕਰਨਾ ਹੁੰਦਾ। ਆਪਾਂ ਸਿਆਸਤ ਨੂੰ ਛੱਡਣਾ ਨਹੀਂ ਚਾਹੀਦਾ, ਸਿਆਸਤ ਨੂੰ ਸਹੀ ਰੂਪ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰਾ ਆਖਰੀ ਸਵਾਲ ਗੁਰਪ੍ਰੀਤ ਜੀ ਤੁਹਾਨੂੰ ਇਹੀ ਹੈ ਕਿ ਇਸ ਪੂਰੀ ਹੁਣ ਅੰਦੋਲਨ ਦਾ ਤੁਸੀਂ ਫਿਊਚਰ ਕਿਵੇਂ ਦੇਖਦੇ ਹੋ? ਤੁਹਾਨੂੰ ਨਿਕਲਦਾ ਹੋਇਆ ਹੱਲ ਨਜ਼ਰ ਆਉਂਦਾ ਹੈ? ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕੀ ਹੋਣ ਵਾਲਾ ਹੈ? ਜੇਕਰ ਤੁਹਾਨੂੰ ਬੀਇੰਗ ਪੰਜਾਬੀ ਹੈ, ਬੀਇੰਗ ਇੱਕ ਕਿਸਾਨ ਫੈਮਿਲੀ ਤੋਂ ਹੋਣ ਦੇ ਬਾਰੇ ਤੁਹਾਨੂੰ ਪੁੱਛਿਆ ਜਾਵੇ ਤਾਂ ਕੀ ਲੱਗ ਰਿਹਾ ਕਿ ਇਸ ਅੰਦੋਲਨ ਦਾ ਅੱਗੇ ਫਿਊਚਰ ਕਿੱਧਰ ਨੂੰ ਜਾ ਰਿਹਾ? ਇਸ ਅੰਦੋਲਨ ਦਾ ਫਿਊਚਰ ਬਹੁਤ ਬਰਾਈਟ ਹੈ। ਇਹ ਫਰੂਟਫੁਲ ਹੋਣਾ। ਜੇ ਤੁਸੀਂ ਕੋ ਬਿਨਾਂ ਰਿਜ਼ਲਟ ਤੋਂ ਇਹ ਅੰਦੋਲਨ ਖਤਮ ਹੋ ਜਾਏਗਾ ਤਾਂ ਨਹੀਂ ਹੋਣਾ। ਕਿਸਾਨ ਦੀ ਜਦ ਤੱਕ ਸੈਟੀਸਫੈਕਸ਼ਨ ਨਹੀਂ ਹੁੰਦੀ, ਇਹ ਅੰਦੋਲਨ ਵੱਧਦਾ ਜਾਏਗਾ, ਭਖਦਾ ਜਾਏਗਾ। ਜੇ ਤੁਸੀਂ ਸੋਚੋ ਕਿ ਡਾਂਗਾ ਮਾਰ ਕੇ ਤੁਸੀਂ 200 300 400 ਬੰਦਾ ਫੱਟੜ ਕਰ ਲਓਗੇ ਤਾਂ 10,000 ਉੱਥੇ ਸ਼ਾਮ ਨੂੰ ਹੋਰ ਪਹੁੰਚ ਜਾਏਗਾ ਨਵਾਂ। ਜੇ ਸੋਚੋਗੇ ਤੁਸੀਂ ਇੱਧਰ ਉੱਧਰ ਕਦੇ ਫਾਇਰਿੰਗ ਹੋ ਗਈ, ਇੱਕ ਦੋ ਬੰਦੇ ਇੱਧਰ ਉੱਧਰ ਹੋ ਗਏ ਵਿਚਾਰੇ, ਤਾਂ ਤੁਸੀਂ ਉਦੋਂ ਸ਼ਾਮ ਨੂੰ 1 ਲੱਖ ਬੰਦਾ ਉੱਥੇ ਹੋਰ ਪਹੁੰਚ ਜਾਏਗਾ। ਸੋ ਵਿਦਿਨ ਕੰਟਰੀ ਤੁਸੀਂ ਇਸ ਤਰ੍ਹਾਂ ਦਾ ਬਲ ਪ੍ਰਯੋਗ ਨਹੀਂ ਕਰ ਸਕਦੇ, ਨਾ ਹੀ ਤੁਹਾਨੂੰ ਕਰਨਾ ਚਾਹੀਦਾ। ਖਾਸ ਤੌਰ 'ਤੇ ਜਿਹੜੇ ਬੰਦੇ ਤੁਹਾਡਾ ਨੁਕਸਾਨ ਨਹੀਂ ਕਰ ਰਹੇ, ਤੁਹਾਨੂੰ ਹਾਰਮ ਨਹੀਂ ਕਰ ਰਹੇ, ਤੁਸੀਂ ਉਹਨਾਂ ਨੂੰ ਹਾਰਮ ਨਹੀਂ ਕਰ ਸਕਦੇ। ਸੋ ਇਹਦਾ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਐਂਡ ਆਫ ਦਾ ਡੇ ਤੁਹਾਨੂੰ ਕਿਸਾਨ ਦੀ ਗੱਲ ਸੁਣਨੀ ਪੈਣੀ ਹੈ, ਮੰਨਣੀ ਪੈਣੀ ਹੈ। ਸੋ ਜਿੰਨੀ ਜਲਦੀ ਇਹਦਾ ਨਿਪਟਾਰਾ ਕਰ ਲਓਗੇ, ਦੇਸ਼ ਹਿੱਤ ਵਿੱਚ ਹੈ, ਸਰਕਾਰ ਦੇ ਹਿੱਤ ਵਿੱਚ ਹੈ, ਆਵਾਮ ਦੇ ਹਿੱਤ ਵਿੱਚ। ਗੁਰਪ੍ਰੀਤ ਜੀ ਬੇਹੱਦ ਧੰਨਵਾਦ ਪ੍ਰੋ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਸਾਡੇ ਨਾਲ ਗੁਰਪ੍ਰੀਤ ਘੁੱਗੀ, ਜਿਨ੍ਹਾਂ ਨੇ ਹਰ ਮਸਲੇ ਦੇ ਬੇਹੱਦ ਬੇਬਾਕ ਤਰੀਕੇ ਦੇ ਨਾਲ ਆਪਣੀ ਰਾਏ ਰੱਖੀ ਹੈ। ਉਹਨਾਂ ਨੇ ਇਹੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਨੂੰ ਇਸ ਮਸਲੇ ਦਾ ਹੱਲ ਕੱਢਣਾ ਹੀ ਪਵੇਗਾ। ਇਸ ਕਿਸਾਨੀ ਅੰਦੋਲਨ ਦੇ ਵਿੱਚ ਨੌਜਵਾਨ ਵੀ ਲਗਾਤਾਰ ਅੱਗੇ ਨਿਕਲ ਕੇ ਸਾਹਮਣੇ ਆ ਰਹੇ ਨੇ ਅਤੇ ਇਸ ਮਸਲੇ ਦਾ ਹੱਲ ਕੇਂਦਰ ਸਰਕਾਰ ਨੂੰ ਹਰ ਹਾਲ ਦੇ ਵਿੱਚ ਕੱਢਣਾ ਹੀ ਪਵੇਗਾ। ਜੇਕਰ ਕੇਂਦਰ ਸਖਤ ਰੁਖ ਅਖਤਿਆਰ ਕਰਦੀ ਹੈ, ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਜਾਂਦਾ ਹੈ ਜਾਂ ਤਣਾਅਪੂਰਨ ਹਾਲਾਤ ਬਣਦੇ ਨੇ, ਤਾਂ ਉਸ ਦਾ ਅੰਜਾਮ ਦੋਨੋਂ ਪਾਸਿਆਂ ਦੇ ਲਈ ਠੀਕ ਨਹੀਂ ਹੋਏਗਾ। ਦੇਸ਼ ਦਾ ਹੀ ਉਸ ਦੇ ਵਿੱਚ ਨੁਕਸਾਨ ਹੈ।